ਮੇਰਾ ਨਾਮ ਸੁਸ਼ਮਿਤਾ ਹੈ। ਅੱਜ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੀ ਇੱਕ ਅਜਿਹੀ ਘਟਨਾ ਬਾਰੇ ਦੱਸਣ ਜਾ ਰਹੀ ਹਾਂ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਮੇਰੇ ਮਾਪੇ ਮਰ ਚੁੱਕੇ ਸਨ। ਮੈਂ ਬਹੁਤ ਸਧਾਰਨ ਕੁੜੀ ਸੀ। ਸਾਡਾ 3 ਭੈਣਾਂ ਦਾ ਇਕਲੌਤਾ ਭਰਾ ਸੀ ਤੇ ਅਸੀਂ 3 ਭੈਣਾਂ ਸੀ। ਸਾਡਾ ਭਰਾ ਵਿਆਹਿਆ ਹੋਇਆ ਹੋਣ ਦੇ ਬਾਵਜੂਦ ਸਾਡੀਆਂ 3 ਭੈਣਾਂ ਦਾ ਖਰਚਾ ਚੁੱਕਦਾ ਸੀ। ਜ਼ਿੰਦਗੀ ਠੀਕ ਠਾਕ ਚੱਲ ਰਹੀ ਸੀ। ਪਤਨੀ ਦੇ ਜ਼ੋਰ ਪਾਉਣ ਤੇ ਭਰਾ ਨੇ ਸਾਡੀਆਂ ਇੱਛਾਵਾਂ ਪੂਰੀਆਂ ਨਹੀਂ ਕੀਤੀਆਂ। ਉਹ ਹਮੇਸ਼ਾ ਭਰਜਾਈ ਦਾ ਕਹਿਣਾ ਮੰਨਦਾ। ਮੈਂ ਬਾਜ਼ਾਰ ਦੀਆਂ ਮਸਾਲੇਦਾਰ ਚੀਜ਼ਾਂ ਦੀ ਬਹੁਤ ਸ਼ੌਕੀਨ ਸੀ, ਪਰ ਸਾਨੂੰ ਸਿਰਫ ਰੁੱਖੀ ਸੁੱਕੀ ਘਰ ਦੀ ਬਣੀ ਦਾਲ ਅਤੇ ਸਬਜ਼ੀ ਖਾਣ ਨੂੰ ਮਿਲਦੀ ਸੀ। ਮੇਰੀ ਛੋਟੀ ਭੈਣ ਭਾਬੀ ਨੂੰ ਕਹਿੰਦੀ ਹੁੰਦੀ ਸੀ ਕਿ ਕਦੇ-ਕਦੇ ਖਾਣ ਲਈ ਕੁਝ ਚੰਗਾ ਬਣਾ ਲਿਆ ਕਰੋ। ਭਾਬੀ ਕਹਿੰਦੀ ਕਿ ਮੇਰੇ ਪਤੀ ਦੇ ਸਿਰ ਤੇ ਤੁਹਾਡਾ 3 ਭੈਣਾਂ ਦਾ ਬੋਝ ਹੈ। ਉਸ ਨੇ ਇੱਕ ਭੈਣ ਦਾ ਵਿਆਹ ਕਰ ਦਿੱਤਾ ਹੈ। ਹੁਣ ਤੁਸੀਂ ਅਤੇ ਬਾਕੀ ਰਹਿ ਗਏ ਹੋ। ਇੱਥੇ ਤੁਹਾਡੇ ਪਿਓ ਦੀ ਕਮਾਈ ਨਹੀਂ ਹੈ ਕਿ ਤੁਹਾਡੀ ਇੱਛਾ ਅਨੁਸਾਰ ਖਾਣਾ ਬਣੇ। ਜੋ ਮਿਲੇ ਚੁੱਪਚਾਪ ਖਾ ਲਓ। ਮੇਰੀ ਭੈਣ ਚੁੱਪ ਹੋ ਜਾਇਆ ਕਰਦੀ ਸੀ, ਪਰ ਮੈਂ ਕਦੇ ਵੀ ਆਪਣੇ ਭਰਾ ਅਤੇ ਭਰਜਾਈ ਨੂੰ ਸ਼ਿਕਾਇਤ ਨਹੀਂ ਕੀਤੀ ਸੀ। ਜਦੋਂ ਮੈਂ 18 ਸਾਲ ਦੀ ਹੋ ਗਈ ਤਾਂ ਮੇਰੇ ਲਈ ਇੱਕ ਰਿਸ਼ਤਾ ਆਇਆ। ਮੇਰੇ ਭਰਾ ਨੂੰ ਉਹ ਰਿਸ਼ਤਾ ਪਸੰਦ ਆਇਆ ਅਤੇ ਜਲਦੀ ਤੋਂ ਜਲਦੀ ਮੇਰਾ ਵਿਆਹ ਕਰਵਾ ਦਿੱਤਾ। ਮੇਰੇ ਸਹੁਰੇ ਘਰ ਵਿੱਚ ਮੇਰਾ ਸੱਸ ਸਹੁਰਾ ਨਹੀਂ ਸਨ। ਮੇਰੇ ਪਤੀ ਦੇ ਮਾਤਾ ਪਿਤਾ ਮਰ ਚੁੱਕੇ ਸਨ। ਉਹਨਾਂ ਦਾ ਸਿਰਫ ਇੱਕ ਛੋਟਾ ਭਰਾ ਸੀ। ਮੇਰੇ ਪਤੀ ਦਾ ਨਾਮ ਦਿਵਾਕਰ ਸੀ ਅਤੇ ਮੇਰੇ ਦਿਓਰ ਦਾ ਨਾਮ ਸੌਰਵ ਸੀ। ਦੋਹਾਂ ਭਰਾਵਾਂ ਦਾ ਵਿਆਹ ਇੱਕ ਹੀ ਦਿਨ ਹੋਇਆ ਸੀ। ਮੇਰੇ ਸਹੁਰੇ ਘਰ ਇਹ ਦੋਵੇਂ ਭਰਾ ਜਦੋਂ ਤੋਂ ਉਹਨਾਂ ਦੀ ਮਾਂ ਦੀ ਮੌਤ ਹੋਈ ਬਾਜ਼ਾਰੋਂ ਰੋਟੀ ਲੈ ਕੇ ਆਉਂਦੇ ਸਨ। ਲੋਕਾਂ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਤੁਸੀਂ ਦੋਵੇਂ ਜਵਾਨ ਹੋ, ਜੇਕਰ ਤੁਸੀਂ ਵਿਆਹ ਕਰਵਾ ਕੇ ਆਪਣੀਆਂ ਪਤਨੀਆਂ ਨੂੰ ਘਰ ਲੈ ਕੇ ਆਓਗੇ ਤਾਂ ਉਹ ਤੁਹਾਨੂੰ ਵਧੀਆ ਸਵਾਦਿਸ਼ਟ ਭੋਜਨ ਬਣਾ ਕੇ ਖਿਲਾਉਣਗੀਆਂ, ਜਿਸ ਨਾਲ ਤੁਹਾਡੇ ਘਰ ਕੋਈ ਸਮੱਸਿਆ ਨਹੀਂ ਰਹੇਗੀ। ਮਹਿੰਗਾਈ ਬਹੁਤ ਵੱਧ ਗਈ, ਇਸ ਲਈ ਦੋਵਾਂ ਭਰਾਵਾਂ ਨੇ ਇੱਕੋ ਦਿਨ ਵਿਆਹ ਕਰਨ ਬਾਰੇ ਸੋਚਿਆ। ਮੇਰਾ ਦਿਓਰ ਇੱਕ ਕੁੜੀ ਨਾਲ ਪਿਆਰ ਕਰਦਾ ਸੀ। ਉਸ ਨੇ ਉਸ ਕੁੜੀ ਨਾਲ ਹੀ ਵਿਆਹ ਕਰਵਾ ਲਿਆ। ਮੇਰੀ ਦਰਾਣੀ ਦੀ ਉਮਰ ਮੇਰੇ ਦਿਓਰ ਦੇ ਬਰਾਬਰ ਹੀ ਸੀ ਅਤੇ ਮੇਰਾ ਦਿਓਰ 25 ਸਾਲ ਦਾ ਸੀ, ਜਦੋਂ ਕਿ ਮੇਰੇ ਪਤੀ ਦੀ ਉਮਰ 35 ਸਾਲ ਸੀ। ਮੇਰਾ ਪਤੀ ਮੇਰੇ ਨਾਲੋਂ ਬਹੁਤ ਵੱਡਾ ਸੀ ਕਿਉਂਕਿ ਮੈਂ ਸਿਰਫ 18 ਸਾਲ ਦੀ ਸੀ। ਵਿਆਹ ਤੋਂ ਬਾਅਦ 2 ਨੂੰਹਾਂ ਇਕੱਠੀਆਂ ਘਰ ਆਈਆਂ। ਮੇਰਾ ਪਤੀ ਆਪਣੇ ਛੋਟੇ ਭਰਾ ਨੂੰ ਬਹੁਤ ਪਿਆਰ ਕਰਦਾ ਸੀ। ਉਹ ਉਹੀ ਕਰਦਾ ਸੀ ਜੋ ਉਸਦਾ ਭਰਾ ਉਸਨੂੰ ਕਹਿੰਦਾ ਸੀ ਅਤੇ ਉਹ ਉਹਨਾਂ ਲੋਕਾਂ ਵਿੱਚੋਂ ਇੱਕ ਸੀ ਜੋ ਆਪਣੇ ਭਰਾ ਦੇ ਖਿਲਾਫ ਇੱਕ ਸ਼ਬਦ ਵੀ ਨਹੀਂ ਸੁਣ ਸਕਦੇ। ਮੈਨੂੰ ਪਹਿਲਾਂ ਹੀ ਦੱਸਿਆ ਗਿਆ ਸੀ ਦਿਵਾਕਰ ਆਪਣੇ ਛੋਟੇ ਭਰਾ ਨੂੰ ਬਹੁਤ ਮਹੱਤਵ ਦਿੰਦਾ ਹੈ ਕਿਉਂਕਿ ਉਸਨੇ ਆਪਣੇ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਆਪਣੇ ਭਰਾ ਸੌਰਵ ਦੀ ਦੇਖਭਾਲ ਖੁਦ ਹੀ ਕੀਤੀ ਸੀ। ਇਸੇ ਕਰਕੇ ਉਹ ਆਪਣੇ ਛੋਟੇ ਭਰਾ ਨੂੰ ਬਹੁਤ ਪਿਆਰ ਕਰਦਾ ਹੈ। ਮੈਨੂੰ ਇਸ ਨਾਲ ਕੋਈ ਪਰੇਸ਼ਾਨੀ ਨਹੀਂ ਸੀ ਕਿਉਂਕਿ 2 ਭਰਾਵਾਂ ਵਿੱਚ ਪਿਆਰ ਹੋਣਾ ਬਹੁਤ ਚੰਗੀ ਗੱਲ ਸੀ, ਕਿਉਂਕਿ ਭੈਣਾਂ ਅਤੇ ਭਰਾਵਾਂ ਵਿੱਚ ਇੱਕ ਦੂਜੇ ਲਈ ਹੀ ਪਿਆਰ ਹੋਣਾ ਬਹੁਤ ਜ਼ਰੂਰੀ ਹੈ। ਮੇਰੀ ਭੈਣ ਦਾ ਵਿਆਹ ਇੱਕ ਵੱਡੇ ਪਰਿਵਾਰ ਵਾਲੇ ਸਹੁਰੇ ਘਰ ਹੋਇਆ। ਸੱਸ ਸਹੁਰਾ, ਜੇਠ, ਦਿਓਰ ਅਤੇ ਕੁਮਾਰੀ ਨਣਦ ਵੀ ਉਸ ਦੇ ਸਹੁਰੇ ਘਰ ਮੌਜੂਦ ਸੀ। ਮੇਰੀ ਭੈਣ ਇੰਨੇ ਵੱਡੇ ਪਰਿਵਾਰ ਲਈ ਇਕੱਲੀ ਖਾਣਾ ਬਣਾਉਂਦੀ ਸੀ ਅਤੇ ਸਾਰਾ ਕੰਮ ਖੁਦ ਕਰਦੀ ਸੀ। ਮੇਰੇ ਵਿਆਹ ਤੇ ਮੇਰੀ ਭੈਣ ਮੈਨੂੰ ਕਹਿ ਰਹੀ ਸੀ ਕਿ ਤੂੰ ਬਹੁਤ ਖੁਸ਼ਕਿਸਮਤ ਹੈ ਜੋ ਇੰਨਾ ਚੰਗਾ ਸਹੁਰਾ ਘਰ ਹੈ। ਤੇਰੇ ਸਹੁਰੇ ਘਰ ਵਿੱਚ ਤੇਰੇ ਦਿਓਰ ਤੇ ਤੇਰੇ ਪਤੀ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਤੇਰੀ ਜ਼ਿੰਦਗੀ ਮੇਰੇ ਵਰਗੀ ਨਹੀਂ ਹੋਵੇਗੀ ਤੇ ਬਹੁਤ ਵਧੀਆ ਅਤੇ ਖੁਸ਼ਹਾਲ ਹੋਵੇਗੀ। ਭਰਾ ਨੇ ਮੇਰਾ ਵਿਆਹ ਇੰਨੇ ਵੱਡੇ ਪਰਿਵਾਰ ਵਿੱਚ ਕਰਵਾਇਆ ਹੈ ਜਿੱਥੇ ਮੈਂ ਤੰਗ ਆ ਗਈ। ਜਦੋਂ ਮੈਂ ਇਸ ਬਾਰੇ ਆਪਣੇ ਮਨ ਵਿੱਚ ਸੋਚਿਆ ਤਾਂ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਿਆ ਅਤੇ ਸੋਚਿਆ ਕਿ ਮੇਰੀ ਭੈਣ ਬਿਲਕੁਲ ਸਹੀ ਹੈ। ਵਿਆਹ ਦੇ 10 ਦਿਨਾਂ ਤੱਕ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ, ਪਰ ਮੇਰੀ ਦਰਾਣੀ ਬਹੁਤ ਹੁਸ਼ਿਆਰ ਸੀ। ਜਦੋਂ ਕਿ ਮੈਂ ਉਸਦੀ ਜਠਾਣੀ ਸੀ ਕਿ ਮੈਨੂੰ ਉਸ ਤੇ ਹੁਕਮ ਚਲਾਉਣਾ ਚਾਹੀਦਾ ਸੀ, ਪਰ ਇਸ ਦੀ ਬਜਾਏ ਉਹ ਮੇਰੇ ਤੇ ਹੁਕਮ ਚਲਾਉਂਦੀ ਸੀ। ਉਹ ਮੇਰੀਆਂ ਛੋਟੀਆਂ-ਛੋਟੀਆਂ ਗਲਤੀਆਂ ਫੜ ਲੈਂਦੀ ਸੀ। ਉਹ ਬਹੁਤ ਅਜੀਬ ਸੀ। ਉਹ ਮੈਨੂੰ ਹਰ ਤਰ੍ਹਾਂ ਨਾਲ ਪਰੇਸ਼ਾਨ ਕਰਨ ਲੱਗੀ। ਮੇਰਾ ਦਿਓਰ ਵੀ ਆਪਣੀ ਪਤਨੀ ਦਾ ਸਾਥ ਦਿੰਦਾ ਸੀ। ਉਸ ਦੀ ਪਤਨੀ ਸਾਰਾ ਦਿਨ ਆਰਾਮ ਕਰਦੀ ਸੀ ਅਤੇ ਮੈਂ ਘਰ ਦਾ ਕੰਮ ਕਰਦੀ ਸੀ। ਮੈਂ ਚਾਹੁੰਦੇ ਹੋਏ ਵੀ ਆਪਣੀ ਦਰਾਣੀ ਨੂੰ ਕੁਝ ਨਹੀਂ ਕਹਿ ਸਕਦੀ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਜੇ ਮੈਂ ਜ਼ਿਆਦਾ ਬੋਲਿਆ ਤਾਂ ਨਾ ਤਾਂ ਮੇਰਾ ਪਤੀ ਅਤੇ ਨਾ ਹੀ ਮੇਰਾ ਦਿਓਰ ਮੇਰੀ ਗੱਲ ਤੇ ਵਿਸ਼ਵਾਸ ਕਰਨਗੇ। ਮੇਰੀ ਦਰਾਣੀ ਇੰਨੀ ਹੁਸ਼ਿਆਰ ਸੀ ਕਿ ਜਿਵੇਂ ਹੀ ਉਸ ਦਾ ਪਤੀ ਅਤੇ ਜੇਠ ਘਰ ਆਉਂਦੇ ਉਹ ਘਰ ਦੇ ਕੰਮ ਕਰਨ ਲੱਗ ਪੈਂਦੀ ਅਤੇ ਉਹਨਾਂ ਦੇ ਕੰਮ ਤੇ ਜਾਣ ਤੋਂ ਬਾਅਦ ਕੋਈ ਕੰਮ ਨੂੰ ਹੱਥ ਨਹੀਂ ਲਗਾਉਂਦੀ ਸੀ। ਮੇਰੀ ਦਰਾਣੀ ਮੇਰੇ ਤੋਂ ਉਮਰ ਵਿੱਚ ਬਹੁਤ ਵੱਡੀ ਸੀ, ਇਸੇ ਕਰਕੇ ਉਹ ਮੇਰੇ ਨਾਲ ਇੰਨੀ ਚਲਾਕੀ ਕਰਦੀ ਸੀ। ਉਹ ਮੇਰੀ ਸੱਸ ਬਣਨਾ ਚਾਹੁੰਦੀ ਸੀ। ਮੈਂ ਸੋਚਦੀ ਸੀ ਕਿ ਜੇ ਮੇਰੀ ਸੱਸ ਜਿਉਂਦੀ ਹੁੰਦੀ ਤਾਂ ਸ਼ਾਇਦ ਉਹ ਮੇਰੇ ਤੇ ਇਸ ਤਰ੍ਹਾਂ ਹੀ ਹੁਕਮ ਚਲਾਉਂਦੀ, ਪਰ ਮੈਂ ਇਹ ਦੇਖ ਲਿਆ ਸੀ
ਕਿ ਮੇਰਾ ਦਿਓਰ ਵੀ ਕਿਸੇ ਤੋਂ ਘੱਟ ਨਹੀਂ। ਜਦੋਂ ਉਹ ਆਪਣੀ ਪਤਨੀ ਨੂੰ ਕੰਮ ਕਰਦੇ ਦੇਖਦਾ ਹੈ ਤਾਂ ਉਹ ਮੈਨੂੰ ਝਿੜਕਦਾ ਹੈ, ਭਾਬੀ ਤੈਨੂੰ ਸ਼ਰਮ ਨਹੀਂ ਆਉਂਦੀ? ਤੁਸੀਂ ਮੇਰੀ ਪਤਨੀ ਤੋਂ ਘਰ ਦੇ ਇੰਨੇ ਕੰਮ ਕਰਵਾਉਂਦੇ ਹੋ, ਤੁਸੀਂ ਵੱਡੇ ਹੋ, ਘਰ ਦੇ ਸਾਰੇ ਕੰਮ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ। ਜਦੋਂ ਵੀ ਮੈਂ ਘਰ ਆਉਂਦਾ ਹਾਂ ਮੈਂ ਆਪਣੀ ਪਤਨੀ ਨੂੰ ਕੰਮ ਕਰਦਾ ਦੇਖਦਾ ਹਾਂ। ਤੁਸੀਂ ਵੀ ਕੁਝ ਕਰਦੇ ਹੋ ਜਾਂ ਨਹੀਂ? ਮੈਂ ਆਪਣੇ ਦਿਓਰ ਨੂੰ ਕੁਝ ਨਹੀਂ ਕਹਿ ਸਕਦੀ ਸੀ, ਕਿਉਂਕਿ ਜੇ ਮੈਂ ਕੁਝ ਵੀ ਕਹਿੰਦੀ ਤਾਂ ਉਹ ਮੇਰੇ ਪਤੀ ਨੂੰ ਸ਼ਿਕਾਇਤ ਕਰ ਦਿੰਦਾ ਤੇ ਮੇਰੇ ਪਤੀ ਮੇਰੇ ਨਾਲ ਗੁੱਸੇ ਹੋ ਜਾਂਦੇ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ ਕਦੇ ਵੀ ਆਪਣੇ ਦਿਓਰ ਨੂੰ ਜਵਾਬ ਨਹੀਂ ਦਿੱਤਾ। ਮੇਰੇ ਪਤੀ ਦਾ ਕੰਮ ਅਜਿਹਾ ਸੀ ਕਿ ਉਹ ਜ਼ਿਆਦਾਤਰ ਸਮਾਂ ਘਰ ਤੋਂ ਬਾਹਰ ਹੀ ਰਹਿੰਦਾ ਸੀ। ਜਦੋਂ ਉਹ ਕੰਮ ਤੋਂ ਘਰ ਪਰਤਦਾ ਤਾਂ ਕਈ ਵਾਰ ਮੈਂ ਉਸ ਨੂੰ ਆਪਣੀ ਦਰਾਣੀ ਬਾਰੇ ਕੁਝ ਦੱਸਦੀ ਅਤੇ ਉਹ ਮੈਨੂੰ ਬਹੁਤ ਸਾਰੀਆਂ ਗੱਲਾਂ ਸੁਣਾਉਣ ਲੱਗਦਾ ਕਿ ਮੈਂ ਪਹਿਲਾਂ ਹੀ ਥੱਕ ਕੇ ਘਰ ਆਇਆ ਹਾਂ ਅਤੇ ਘਰ ਆ ਕੇ ਤੁਸੀਂ ਵੀ ਮੈਨੂੰ ਸ਼ਿਕਾਇਤ ਕਰਨ ਲੱਗਦੇ ਹੋ। ਹੁਣ ਮੈਂ ਇਸ ਬਾਰੇ ਆਪਣੇ ਪਤੀ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ। ਮੇਰੀ ਜ਼ਿੰਦਗੀ ਵਿਆਹ ਤੋਂ ਬਾਅਦ ਹੋਰ ਵੀ ਬਦਤਰ ਹੋ ਗਈ ਸੀ। ਇੱਕ ਦਿਨ ਮੇਰੇ ਪਤੀ ਅਤੇ ਦਿਓਰ ਦੀ ਛੁੱਟੀ ਸੀ। ਮੇਰੀ ਦਰਾਣੀ ਮੇਰੇ ਕੰਮ ਵਿੱਚ ਲਗਾਤਾਰ ਮਦਦ ਕਰ ਰਹੀ ਸੀ। ਦੋਵੇਂ ਭਰਾ ਕਿਸੇ ਕੰਮ ਲਈ ਬਾਹਰ ਗਏ ਹੋਏ ਸਨ। ਮੇਰੀ ਦਰਾਣੀ ਸਟੋਰ ਰੂਮ ਦੀ ਸਫਾਈ ਕਰਨ ਗਈ ਸੀ ਅਤੇ ਮੈਂ ਆਪਣੇ ਕਮਰੇ ਦੀ ਸਫਾਈ ਕਰ ਰਹੀ ਸੀ। ਪਰ ਮੇਰੀ ਦਰਾਣੀ ਨੂੰ ਸਫਾਈ ਕਰਨ ਗਏ ਅੱਧਾ ਘੰਟਾ ਹੋ ਗਿਆ ਸੀ। ਉਹ ਅਜੇ ਸਟੋਰ ਰੂਮ ਤੋਂ ਬਾਹਰ ਨਹੀਂ ਆਈ। ਉਦੋਂ ਹੀ ਮੇਰਾ ਪਤੀ ਅਤੇ ਦਿਓਰ ਵੀ ਘਰ ਵਿੱਚ ਆ ਗਏ। ਜਦੋਂ ਮੇਰੇ ਦਿਓਰ ਨੇ ਸਟੋਰ ਰੂਮ ਵੱਲ ਦੇਖਿਆ ਤਾਂ ਮੇਰੀ ਦਰਾਣੀ ਸਟੋਰ ਰੂਮ ਵਿੱਚ ਬੇਹੋਸ਼ ਪਈ ਸੀ। ਉਸ ਨੂੰ ਬੇਹੋਸ਼ ਦੇਖ ਕੇ ਅਸੀਂ ਸਾਰੇ ਘਬਰਾ ਗਏ। ਉਸ ਨੂੰ ਦੇਖ ਕੇ ਇੰਜ ਲੱਗਦਾ ਸੀ ਜਿਵੇਂ ਉਸ ਦੀ ਜਾਨ ਨਿਕਲ ਗਈ ਹੋਵੇ। ਅਸੀਂ ਤਿੰਨੋਂ ਜਣੇ ਉਸ ਨੂੰ ਫਟਾਫਟ ਹਸਪਤਾਲ ਲੈ ਗਏ। ਡਾਕਟਰ ਨੇ ਕਿਹਾ ਕਿ ਉਹ ਇੱਥੇ ਆਉਣ ਤੋਂ ਪਹਿਲਾਂ ਹੀ ਮਰ ਚੁੱਕੀ ਸੀ। ਅਸੀਂ ਉਹਨਾਂ ਨੂੰ ਬਚਾ ਨਹੀਂ ਸਕੇ। ਪਤਾ ਲੱਗਾ ਕਿ ਮੇਰੀ ਦਰਾਣੀ ਨੂੰ ਬਿਜਲੀ ਦਾ ਕਰੰਟ ਲੱਗ ਗਿਆ ਸੀ। ਇਸ ਕਾਰਨ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਵੇਲੇ ਮੈਂ ਘਰ ਵਿੱਚ ਹੀ ਸੀ, ਪਰ ਮੈਨੂੰ ਕੁਝ ਵੀ ਪਤਾ ਨਹੀਂ ਲੱਗਾ ਅਤੇ ਨਾ ਹੀ ਮੈਂ ਉਸ ਦੀ ਕੋਈ ਆਵਾਜ਼ ਸੁਣੀ। ਸ਼ਾਇਦ ਉਸ ਦੀ ਮੌਤ ਇਸੇ ਤਰ੍ਹਾਂ ਆਉਣੀ ਸੀ। ਘਰ ਵਿੱਚ ਅਜੀਬ ਕਿਸਮ ਦੀ ਹਫੜਾ ਦਫੜੀ ਮਚ ਗਈ। ਮੈਨੂੰ ਵੀ ਬਹੁਤ ਪਛਤਾਵਾ ਹੋ ਰਿਹਾ ਸੀ। ਮੇਰੀ ਦਰਾਣੀ ਇਸ ਸੰਸਾਰ ਨੂੰ ਛੱਡ ਗਈ ਸੀ। ਮੇਰੇ ਦਿਓਰ ਨੂੰ ਪਤਨੀ ਦੀ ਮੌਤ ਦਾ ਬਹੁਤ ਸਦਮਾ ਲੱਗਾ ਸੀ। ਹੁਣ ਮੈਂ ਆਪਣੇ ਘਰ ਇਕੱਲੀ ਰਹਿ ਗਈ ਸੀ। ਮੇਰੇ ਪਤੀ ਅਤੇ ਦਿਓਰ ਕੰਮ ਤੇ ਜਾਂਦੇ ਸਨ। ਹੌਲੀ ਹੌਲੀ ਸਾਰੇ ਆਪੋ ਆਪਣੇ ਰੂਟੀਨ ਵਿੱਚ ਪਰਤ ਆਏ। ਮੇਰਾ ਦਿਓਰ ਵੀ ਹੁਣ ਕਾਫੀ ਹੱਦ ਤੱਕ ਠੀਕ ਹੋ ਗਿਆ ਸੀ। ਮੇਰੇ ਦਿਓਰ ਦਾ ਕੰਮ ਘਟ ਗਿਆ ਸੀ, ਇਸ ਲਈ ਉਹ ਜ਼ਿਆਦਾਤਰ ਘਰ ਹੀ ਰਹਿੰਦਾ ਸੀ। ਮੈਂ ਸੋਚਿਆ ਕਿ ਚਲੋ ਠੀਕ ਹੈ, ਮੈਂ ਵੀ ਘਰ ਵਿੱਚ ਇਕੱਲੀ ਰਹਿੰਦੀ ਹਾਂ। ਮੈਂ ਘਰ ਵਿੱਚ ਇਕੱਲੇ ਰਹਿਣ ਤੋਂ ਡਰਦੀ ਸੀ, ਕਿਉਂਕਿ ਜਦੋਂ ਤੋਂ ਮੇਰਾ ਵਿਆਹ ਹੋਇਆ ਸੀ ਮੇਰੀ ਦਰਾਣੀ ਮੇਰੇ ਨਾਲ ਘਰ ਰਹਿੰਦੀ ਸੀ। ਹੁਣ ਉਸ ਦੀ ਮੌਤ ਤੋਂ ਬਾਅਦ ਮੈਨੂੰ ਇਕੱਲੀ ਨੂੰ ਘਰ ਖਾਣ ਨੂੰ ਪੈਂਦਾ ਸੀ। ਮੇਰਾ ਦਿਓਰ ਕਾਫੀ ਸਮੇਂ ਤੋਂ ਆਪਣੇ ਕੰਮ ਤੇ ਨਹੀਂ ਜਾ ਰਿਹਾ ਸੀ। ਕਈ ਵਾਰ ਦਿਨ ਵਿੱਚ 2 ਘੰਟੇ ਲਈ ਚਲਾ ਜਾਂਦਾ ਸੀ। ਇੱਕ ਦਿਨ ਮੈਂ ਰਸੋਈ ਵਿੱਚ ਖੜੀ ਖਾਣਾ ਬਣਾ ਰਹੀ ਸੀ, ਜਦੋਂ ਅਚਾਨਕ ਮੈਨੂੰ ਲੱਗਾ ਜਿਵੇਂ ਕੋਈ ਮੇਰੇ ਪਿੱਛੇ ਖੜਾ ਹੈ। ਜਦੋਂ ਮੈਂ ਮੁੜੀ ਤਾਂ ਇਹ ਮੇਰਾ ਦਿਓਰ ਸੀ। ਮੈਂ ਕਿਹਾ, ਹਾਂ ਸੌਰਵ, ਤੈਨੂੰ ਕੁਝ ਚਾਹੀਦਾ ਹੈ? ਕੋਈ ਕੰਮ ਹੈ ਤਾਂ ਦੱਸ। ਉਸਨੇ ਜੂਸ ਦਾ ਗਲਾਸ ਮੇਰੇ ਵੱਲ ਵਧਾਇਆ ਅਤੇ ਕਿਹਾ, ਭਾਬੀ ਤੁਸੀਂ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ? ਮੈਂ ਤੁਹਾਨੂੰ ਦੇਖ ਰਿਹਾ ਹਾਂ। ਮੈਂ ਤੁਹਾਡੇ ਲਈ ਬਾਜ਼ਾਰ ਤੋਂ ਮੌਸੰਮੀ ਦਾ ਜੂਸ ਲਿਆਇਆ ਹਾਂ। ਜਿਸ ਦਿਨ ਤੋਂ ਮੇਰੀ ਪਤਨੀ ਦੀ ਮੌਤ ਹੋਈ ਉਸ ਦਿਨ ਤੋਂ ਸਾਰੇ ਕੰਮ ਦਾ ਬੋਝ ਤੇਰੇ ਸਿਰ ਪੈ ਗਿਆ। ਮੇਰੀ ਪਤਨੀ ਤਾਂ ਇਸ ਸੰਸਾਰ ਨੂੰ ਛੱਡ ਗਈ। ਮੈਂ ਨਹੀਂ ਚਾਹੁੰਦਾ ਕਿ ਇਸ ਘਰ ਦਾ ਕੰਮ ਕਰਦੇ ਕਰਦੇ ਤੁਸੀਂ ਵੀ ਇਸ ਦੁਨੀਆ ਨੂੰ ਛੱਡ ਜਾਓ। ਭਾਬੀ ਆਪਣਾ ਖਿਆਲ ਰੱਖਿਆ ਕਰੋ। ਹੌਲੀ ਹੌਲੀ ਜਵਾਨੀ ਤੇਰੇ ਉੱਤੇ ਚੜ ਰਹੀ ਹੈ। ਤੂੰ ਹੁਣ ਹੋਰ ਵੀ ਸੋਹਣੀ ਹੁੰਦੀ ਜਾ ਰਹੀ ਹੈ, ਪਰ ਤੇਰੀ ਖੂਬਸੂਰਤੀ ਘਰ ਦੇ ਕੰਮਾਂ ਵਿੱਚ ਹੀ ਦਬ ਕੇ ਰਹਿ ਗਈ ਹੈ। ਲਓ ਇਹ ਜੂਸ ਪੀਓ। ਮੈਨੂੰ ਬਹੁਤ ਹੈਰਾਨੀ ਹੋਈ ਕਿ ਮੇਰਾ ਦਿਓਰ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਸੀ ਅਤੇ ਮੈਂ ਹੈਰਾਨ ਸੀ ਕਿ ਮੇਰਾ ਦਿਓਰ ਮੇਰੀ ਇੰਨੀ ਦੇਖਭਾਲ ਕਦੋਂ ਤੋਂ ਕਰਨ ਲੱਗ ਪਿਆ। ਉਹ ਆਪ ਜਾ ਕੇ ਮੇਰੇ ਲਈ ਬਾਜ਼ਾਰ ਤੋਂ ਮੌਸੰਮੀ ਦਾ ਜੂਸ ਲੈ ਕੇ ਆਇਆ। ਮੈਨੂੰ ਪਿਆਸ ਤਾਂ ਬਹੁਤ ਲੱਗੀ ਹੋਈ ਸੀ, ਕਿਉਂਕਿ ਅੱਜ ਬਹੁਤ ਗਰਮੀ ਸੀ ਅਤੇ ਮੈਂ ਆਪਣੇ ਅੰਦਰ ਥੋੜੀ ਕਮਜ਼ੋਰੀ ਮਹਿਸੂਸ ਕਰਨ ਲੱਗੀ ਸੀ। ਜਦੋਂ ਮੈਂ ਜੂਸ ਦੇ ਗਲਾਸ ਵੱਲ ਦੇਖਿਆ ਤਾਂ ਮੈਨੂੰ ਇਸ ਨੂੰ ਪੀਣ ਦਾ ਮਨ ਕੀਤਾ। ਮੈਂ ਹੱਥ ਵਧਾ ਕੇ ਜੂਸ ਦਾ ਗਲਾਸ ਲਿਆ ਤੇ ਪੀ ਲਿਆ ਤੇ ਦਿਓਰ ਦਾ ਧੰਨਵਾਦ ਕੀਤਾ। ਮੈਂ ਸੋਚਿਆ ਕਿ ਮੇਰੇ ਦਿਓਰ ਨੂੰ ਉਸ ਦੀ ਪਤਨੀ ਨੇ ਮੇਰੇ ਵਿਰੁੱਧ ਕਿੰਨਾ ਭੜਕਾਇਆ ਹੋਵੇਗਾ। ਇਸੇ ਕਰਕੇ ਉਹ ਮੈਨੂੰ ਪਹਿਲਾਂ ਪਸੰਦ ਨਹੀਂ ਕਰਦਾ ਸੀ। ਆਖਰ ਮੈਂ ਵੀ ਇਨਸਾਨ ਹਾਂ। ਮੈਂ ਵੀ ਘਰ ਦਾ ਸਾਰਾ ਕੰਮ ਕਰਦੀ ਹਾਂ ਤੇ ਥੱਕ ਜਾਂਦੀ ਹਾਂ। ਹੁਣ ਜਦੋਂ ਮੇਰਾ ਦਿਓਰ ਆਪਣੀ ਪਤਨੀ ਦੀ ਗੈਰ ਮੌਜੂਦਗੀ ਵਿੱਚ ਮੈਨੂੰ ਘਰ ਦਾ ਸਾਰਾ ਕੰਮ ਕਰਦੇ ਦੇਖਦਾ ਹੈ ਤਾਂ ਉਸਨੂੰ ਮੇਰੇ ਤੇ ਜ਼ਰੂਰ ਤਰਸ ਆਉਂਦਾ ਹੋਵੇਗਾ। ਮੈਂ ਸੋਚਿਆ ਕਿ ਸ਼ਾਇਦ ਇਸ ਗੱਲ ਨਾਲ ਮੇਰੇ ਦਿਓਰ ਦਾ ਦਿਲ ਹੌਲਾ ਹੋ ਗਿਆ ਹੋਵੇ, ਕਿਉਂਕਿ ਘਰ ਦੀ ਸਫਾਈ ਕਰਦਿਆਂ ਉਸ ਦੀ ਪਤਨੀ ਵੀ ਗੁਜ਼ਰ ਗਈ ਸੀ। ਉਹ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਉਹ ਆਪਣੀ ਪਤਨੀ ਨਾਲ ਬਹੁਤ ਰੋਮਾਂਟਿਕ ਸੀ। ਮੇਰੀ ਦਰਾਣੀ ਅਤੇ ਦਿਓਰ ਦਾ
ਮਨਪਸੰਦ ਦਾ ਵਿਆਹ ਹੋਇਆ ਸੀ। ਸ਼ਾਇਦ ਹੁਣ ਉਹ ਬਾਰ-ਬਾਰ ਆਪਣੀ ਪਤਨੀ ਬਾਰੇ ਸੋਚਦਾ ਰਹਿੰਦਾ ਸੀ। ਜਦੋਂ ਤੋਂ ਮੇਰੀ ਦਰਾਣੀ ਸਾਨੂੰ ਛੱਡ ਕੇ ਗਈ ਉਦੋਂ ਤੋਂ ਘਰ ਵਿੱਚ ਕੋਈ ਚੰਗਾ ਖਾਣਾ ਨਹੀਂ ਬਣ ਰਿਹਾ ਸੀ ਅਤੇ ਘਰ ਵਿੱਚ ਅਜੇ ਵੀ ਸੋਗ ਦਾ ਮਾਹੌਲ ਸੀ। ਇੱਕ ਦਿਨ ਜਦੋਂ ਗਲਤੀ ਨਾਲ ਮੇਰੇ ਮੋਬਾਈਲ ਤੇ ਗੀਤ ਚੱਲ ਗਿਆ ਤਾਂ ਮੇਰੇ ਪਤੀ ਨੇ ਮੇਰੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਭਾਵੇਂ ਕਿ ਮੇਰੀ ਦਰਾਣੀ ਦੀ ਮੌਤ ਨੂੰ 15 ਦਿਨ ਹੋ ਗਏ ਸਨ। ਆਖਰ ਕਦੋਂ ਤੱਕ ਇਹ ਲੋਕ ਘਰ ਵਿੱਚ ਮੌਤ ਦਾ ਸੋਗ ਮਨਾਉਂਦੇ ਰਹਿਣਗੇ। ਆਪਣੇ ਪਤੀ ਦੀਆਂ ਗੱਲਾਂ ਸੁਣ ਕੇ ਮੈਂ ਵੀ ਚੁੱਪ ਹੋ ਗਈ ਅਤੇ ਉਸ ਤੋਂ ਮਾਫੀ ਮੰਗੀ। ਮੈਂ ਕਿਹਾ ਮਾਫ ਕਰ, ਮੈਂ ਬੋਰ ਹੋ ਗਈ ਸੀ, ਇਸ ਲਈ ਮੈਂ ਆਪਣੇ ਮੋਬਾਈਲ ਤੇ ਗੀਤ ਚਲਾ ਲਏ। ਮੇਰੇ ਪਤੀ ਨੇ ਕਿਹਾ, ਕੀ ਤੁਹਾਨੂੰ ਪਤਾ ਹੈ ਕਿ ਪਤਨੀ ਦੇ ਮਰਨ ਤੋਂ ਬਾਅਦ ਮੇਰੇ ਭਰਾ ਤੇ ਕੀ ਬੀਤ ਰਹੀ ਹੋਵੇਗੀ? ਜਦੋਂ ਉਹ ਸਾਨੂੰ ਇਕੱਠੇ ਦੇਖਦਾ ਹੋਵੇਗਾ ਤਾਂ ਉਹ ਆਪਣੀ ਪਤਨੀ ਨੂੰ ਕਿੰਨਾ ਯਾਦ ਕਰਦਾ ਹੋਵੇ। ਇੱਕ ਦਿਨ ਸ਼ਾਮ ਨੂੰ ਮੇਰਾ ਦਿਓਰ ਮੇਰੇ ਲਈ ਚੌਮਿਨ ਲੈ ਕੇ ਆਇਆ। ਉਹ ਇਸ ਤਰ੍ਹਾਂ ਦੀ ਚੀਜ਼ ਆਪਣੀ ਪਤਨੀ ਨੂੰ ਘਰੋਂ ਬਾਹਰ ਲਿਜਾ ਕੇ ਖਵਾਉਂਦਾ ਹੁੰਦਾ ਸੀ। ਉਹ ਦੋਵੇਂ ਪਤੀ ਪਤਨੀ ਬਾਹਰ ਜਾ ਕੇ ਬਹੁਤ ਸਵਾਦਿਸ਼ਟ ਚੀਜ਼ਾਂ ਖਾਂਦੇ ਸਨ, ਪਰ ਮੇਰਾ ਪਤੀ ਮੈਨੂੰ ਕਦੇ ਵੀ ਅਜਿਹੀਆਂ ਚੀਜ਼ਾਂ ਖਵਾਉਣ ਲਈ ਘਰੋਂ ਬਾਹਰ ਲੈ ਕੇ ਨਹੀਂ ਜਾਂਦਾ ਸੀ ਅਤੇ ਨਾ ਹੀ ਕਦੇ ਘਰ ਲਿਆਉਂਦਾ ਸੀ ਅਤੇ ਉਹ ਦੋਵੇਂ ਇੱਕ ਦੂਜੇ ਦੇ ਬਹੁਤ ਨੇੜੇ ਸਨ। ਉਹ ਇਕੱਠੇ ਬਹੁਤ ਖੁਸ਼ ਸਨ। ਉਹ ਆਪਣੇ ਕਮਰੇ ਵਿੱਚ ਬੈਠ ਕੇ ਮਜ਼ਾਕੀਆ ਗੱਲਾਂ ਕਰਦੇ ਸਨ ਅਤੇ ਮੈਂ ਉਹਨਾਂ ਦੀਆਂ ਮਜ਼ਾਕੀਆਂ ਗੱਲਾਂ ਸੁਣ ਕੇ ਆਪਣੇ ਆਪ ਨੂੰ ਤਸੱਲੀ ਦਿੰਦੀ ਸੀ, ਕਿਉਂਕਿ ਮੇਰਾ ਪਤੀ ਮੇਰੇ ਨਾਲ ਚੰਗੀ ਤਰ੍ਹਾਂ ਗੱਲ ਵੀ ਨਹੀਂ ਕਰਦਾ ਸੀ। ਮੈਂ ਆਪਣੇ ਦਿਓਰ ਨੂੰ ਕਿਹਾ, ਤੁਸੀਂ ਆਪਣੀ ਪਤਨੀ ਨੂੰ ਯਾਦ ਕਰ ਰਹੇ, ਇਸੇ ਲਈ ਤੁਸੀਂ ਆਪਣੀ ਪਤਨੀ ਦੀ ਮਨਪਸੰਦ ਚੀਜ਼ ਘਰ ਲੈ ਕੇ ਆਏ। ਉਸਨੇ ਕਿਹਾ, ਨਹੀਂ ਭਾਬੀ, ਮੈਂ ਇਹ ਤੁਹਾਡੇ ਲਈ ਲਿਆਇਆ ਹਾਂ। ਤੁਸੀਂ ਇਹੋ ਜਿਹੀਆਂ ਚੀਜ਼ਾਂ ਨਹੀਂ ਖਾਧੀਆਂ ਅਤੇ ਇਸ ਬਾਰੇ ਭਰਾ ਨੂੰ ਦੱਸਣਾ ਦੀ ਬਿਲਕੁਲ ਵੀ ਲੋੜ ਨਹੀਂ ਹੈ। ਤੁਸੀਂ ਇਸ ਚੌਮਿਨ ਨੂੰ ਉਸ ਦੇ ਆਉਣ ਤੋਂ ਪਹਿਲਾਂ ਖਤਮ ਕਰ ਦਿਓ। ਮੈਂ ਕਿਹਾ, ਪਰ ਜੇ ਮੇਰੇ ਪਤੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤਾਂ? ਮੇਰੇ ਦਿਓਰ ਨੇ ਕਿਹਾ, ਨਹੀਂ ਭਾਬੀ, ਉਹਨੂੰ ਕਿਵੇਂ ਪਤਾ ਲੱਗੇਗਾ? ਤੁਸੀਂ ਜਲਦੀ ਤੋਂ ਜਲਦੀ ਚੌਮਿਨ ਖਤਮ ਕਰ ਦਿਓ ਅਤੇ ਇਸ ਦਾ ਪੈਕਟ ਡਸਟਬਿਨ ਵਿੱਚ ਸੁੱਟ ਦਿਓ। ਵੈਸੇ ਵੀ ਭਰਾ ਤੁਹਾਡੀ ਪਰਵਾਹ ਨਹੀਂ ਕਰਦਾ। ਇਹ ਸੱਚ ਸੀ, ਮੇਰੇ ਪਤੀ ਨੂੰ ਮੇਰੀ ਬਿਲਕੁਲ ਵੀ ਪਰਵਾਹ ਨਹੀਂ। ਮੈਂ ਚੌਮਿਨ ਨੂੰ ਖੁਸ਼ੀ ਨਾਲ ਖਾਧਾ। ਇਸ ਤੋਂ ਬਾਅਦ ਮੈਨੂੰ ਗੂੜੀ ਨੀਂਦ ਆ ਗਈ। ਚੌਮਿਨ ਬਹੁਤ ਸਵਾਦ ਸੀ। ਪਹਿਲੀ ਵਾਰ ਜਦੋਂ ਮੈਂ ਚੌਮਿਨ ਖਾਧੀ ਮੈਨੂੰ ਇਹ ਬਹੁਤ ਪਸੰਦ ਆਈ। ਨਹੀਂ ਤਾਂ ਮੈਂ ਆਪਣੀ ਦਰਾਣੀ ਤੋਂ ਚੌਮਿਨ ਦਾ ਨਾਮ ਹੀ ਸੁਣਦੀ ਸੀ ਅਤੇ ਉਸ ਤੋਂ ਬਾਅਦ ਮੈਂ ਗੂੜੀ ਨੀਂਦ ਵਿੱਚ ਸੌਂ ਗਈ। ਪਰ ਉਸ ਤੋਂ ਬਾਅਦ ਜੋ ਹੋਇਆ ਉਹ ਇਸ ਤਰ੍ਹਾਂ ਸੀ ਜਿਵੇਂ ਮੇਰੇ ਸਿਰ ਤੇ ਅਸਮਾਨ ਡਿੱਗ ਗਿਆ ਹੋਵੇ। ਜਦੋਂ ਮੈਂ ਸੌਂ ਗਈ ਤਾਂ ਮੈਂ ਆਪਣੇ ਕਮਰੇ ਵਿੱਚ ਸੀ, ਪਰ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਆਪਣੇ ਆਪ ਨੂੰ ਆਪਣੇ ਦਿਓਰ ਦੇ ਕਮਰੇ ਵਿੱਚ ਪਾਇਆ। ਜਦੋਂ ਮੈਂ ਸੌਣ ਤੋਂ ਬਾਅਦ ਉੱਠੀ ਅਤੇ ਆਪਣੇ ਦਿਓਰ ਦੇ ਕਮਰੇ ਤੋਂ ਬਾਹਰ ਨਿਕਲੀ ਤਾਂ ਮੇਰਾ ਪਤੀ ਬਾਹਰ ਖੜਾ ਸੀ। ਉਸਨੇ ਮੈਨੂੰ ਪੁੱਛਿਆ, ਤੁਸੀਂ ਇੱਥੇ ਕੀ ਕਰ ਰਹੀ ਸੀ? ਮੈਂ ਕਿਹਾ, ਮੈਨੂੰ ਨਹੀਂ ਪਤਾ ਕਿ ਮੈਂ ਇੱਥੇ ਕਿਵੇਂ ਆਈ ਅਤੇ ਸੌਰਵ ਦੇ ਕਮਰੇ ਵਿੱਚ ਕਿਉਂ ਸੌਂ ਰਹੀ ਸੀ। ਮੈਨੂੰ ਕੁਝ ਯਾਦ ਨਹੀਂ ਹੈ। ਮੇਰੇ ਪਤੀ ਨੇ ਕਿਹਾ ਕਿ ਜਦੋਂ ਮੈਂ ਪਹਿਲਾਂ ਆਪਣੇ ਕਮਰੇ ਵਿੱਚ ਆਇਆ ਤਾਂ ਤੁਸੀਂ ਸੌਂ ਰਹੀ ਸੀ, ਪਰ ਜਦੋਂ ਮੈਂ ਕੁਝ ਸਮੇਂ ਲਈ ਕਿਸੇ ਕੰਮ ਲਈ ਬਾਹਰ ਗਿਆ ਤੇ ਇਸ ਤੋਂ ਬਾਅਦ ਜਦੋਂ ਮੈਂ ਘਰ ਆ ਕੇ ਦੇਖਿਆ ਤਾਂ ਤੁਸੀਂ ਕਮਰੇ 'ਚ ਮੌਜੂਦ ਨਹੀਂ ਸੀ। ਮੈਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਮੈਂ ਕਦੋਂ ਸੌਂ ਗਈ ਅਤੇ ਕਦੋਂ ਸੌਰਵ ਦੇ ਕਮਰੇ ਵਿੱਚ ਆ ਕੇ ਲੇਟ ਗਈ। ਮੇਰੇ ਪਤੀ ਨੇ ਕਿਹਾ, ਇਹ ਕਿਵੇਂ ਸੰਭਵ ਹੈ ਕਿ ਤੁਹਾਨੂੰ ਕੁਝ ਪਤਾ ਨਹੀਂ ਹੈ? ਅਜਿਹੀਆਂ ਅਜੀਬ ਹਰਕਤਾਂ ਨਾ ਕਰੋ। ਤੁਸੀਂ ਖੁਦ ਸੌਰਵ ਦੇ ਕਮਰੇ ਵਿੱਚ ਗਏ ਹੋਵੋਗੇ ਅਤੇ ਤੁਹਾਨੂੰ ਇਹ ਵੀ ਨਹੀਂ ਪਤਾ ਲੱਗਾ ਕਿ ਤੁਸੀਂ ਕਿਸ ਸਮੇਂ ਉਸ ਦੇ ਕਮਰੇ ਵਿੱਚ ਜਾ ਕੇ ਸੌਂ ਗਏ ਸੀ। ਮੇਰੇ ਦਿਓਰ ਨੇ ਦੱਸਿਆ ਕਿ ਜਦੋਂ ਮੈਂ ਆਪਣੇ ਕਮਰੇ ਵਿੱਚ ਆਇਆ ਤਾਂ ਭਾਬੀ ਮੇਰੇ ਕਮਰੇ ਵਿੱਚ ਬੈੱਡ ਤੇ ਸੌਂ ਰਹੀ ਸੀ। ਮੈਂ ਭਾਬੀ ਨੂੰ ਦੇਖ ਕੇ ਚੁੱਪਚਾਪ ਬਾਹਰ ਆ ਗਿਆ ਅਤੇ ਵਿਹੜੇ ਵਿੱਚ ਲੇਟ ਗਿਆ, ਪਰ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਕੀ ਹੋ ਰਿਹਾ ਹੈ ਅਤੇ ਮੈਂ ਆਪਣੇ ਦਿਓਰ ਦੇ ਕਮਰੇ ਵਿੱਚ ਕਿਵੇਂ ਚਲੀ ਗਈ। ਮੇਰੇ ਦਿਓਰ ਨੇ ਮੇਰੇ ਪਤੀ ਨੂੰ ਕਿਹਾ ਕਿ ਕੋਈ ਗੱਲ ਨਹੀਂ, ਭਾਬੀ ਗਲਤੀ ਨਾਲ ਮੇਰੇ ਕਮਰੇ ਵਿੱਚ ਆ ਗਈ ਹੋਵੇਗੀ। ਤੁਸੀਂ ਭਾਬੀ ਨੂੰ ਕਿਉਂ ਝਿੜਕ ਰਹੇ ਹੋ? ਇਹ ਕੋਈ ਵੱਡੀ ਗੱਲ ਨਹੀਂ ਹੈ। ਉਹ ਘਰੋਂ ਬਾਹਰ ਨਹੀਂ ਗਈ, ਮੇਰੇ ਕਮਰੇ ਵਿੱਚ ਹੀ ਆਈ ਹੈ। ਦਿਓਰ ਨੇ ਮੇਰੇ ਪਤੀ ਨੂੰ ਚੁੱਪ ਕਰਾ ਦਿੱਤਾ। ਮੇਰੇ ਪਤੀ ਨੇ ਵੀ ਕਿਹਾ ਕਿ ਠੀਕ ਹੈ, ਭਵਿੱਖ ਵਿੱਚ ਅਜਿਹੀ ਗਲਤੀ ਨਾ ਕਰਿਓ। ਮੈਂ ਸਾਰਾ ਦਿਨ ਇਹੀ ਸੋਚਦੀ ਰਹੀ ਸੀ। ਮੈਂ ਆਪਣੇ ਕਮਰੇ ਵਿੱਚ ਸੁੱਤੀ ਸੀ ਅਤੇ ਫਿਰ ਮੈਂ ਆਪਣੇ ਦਿਓਰ ਦੇ ਕਮਰੇ ਵਿੱਚ ਕਿਵੇਂ ਚਲੀ ਗਈ? ਇਹ ਸਭ ਕੀ ਹੋ ਰਿਹਾ ਸੀ? ਇਹ ਸੋਚ ਕੇ ਮੈਂ ਚਿੰਤਤ ਹੋ ਗਈ। ਮੈਂ ਬਹੁਤ ਸਿੱਧੀ ਸੀ ਅਤੇ ਕਦੇ ਵੀ ਛੋਟੀਆਂ-ਛੋਟੀਆਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਸੀ, ਪਰ ਜਦੋਂ ਤੋਂ ਮੈਂ ਆਪਣੇ ਸਹੁਰੇ ਘਰ ਆਈ ਉਦੋਂ ਤੋਂ ਛੋਟੀਆਂ ਤੋਂ ਵੱਡੀਆਂ ਗੱਲਾਂ ਦਾ ਵੀ ਧਿਆਨ ਰੱਖਣਾ ਪੈਂਦਾ ਹੈ। ਜਦੋਂ ਤੋਂ ਮੇਰੀ ਦਰਾਣੀ ਦੀ ਮੌਤ ਹੋਈ ਹੈ ਕੋਈ ਨਾ ਕੋਈ ਵਿਅਕਤੀ ਘਰ ਆਉਂਦਾ ਜਾਂਦਾ ਰਹਿੰਦਾ ਹੈ। ਇੱਕ ਦਿਨ ਮੇਰੇ ਪਤੀ ਦੀ ਭੂਆ ਸਾਡੇ ਘਰ ਰਹਿਣ ਆਈ। ਉਸ ਰਾਤ ਮੇਰੇ ਪਤੀ ਦੀ ਭੂਆ ਸਾਡੇ ਘਰ ਠਹਿਰੀ ਹੋਈ ਸੀ ਅਤੇ ਉਸ ਰਾਤ ਵੀ ਮੇਰੇ ਨਾਲ ਅਜਿਹਾ ਹੀ ਹੋਇਆ ਸੀ। ਮੈਂ ਆਪਣੇ ਕਮਰੇ ਵਿੱਚ ਸੁੱਤੀ, ਪਰ ਸਵੇਰੇ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਆਪਣੇ ਦਿਓਰ ਦੇ ਕਮਰੇ ਵਿੱਚ ਜਾ ਗਈ। ਮੇਰੇ ਪਤੀ ਦੀ ਭੂਆ ਵੀ ਇਸ ਗੱਲ ਤੇ ਬਹੁਤ ਗੁੱਸੇ ਵਿੱਚ ਸੀ ਅਤੇ ਮੇਰੇ ਪਤੀ ਨੂੰ ਸ਼ਿਕਾਇਤ ਕਰ ਰਹੀ ਸੀ ਕਿ ਤੁਹਾਡੀ ਪਤਨੀ ਕਿਸ ਤਰ੍ਹਾਂ ਦੀ ਹੈ, ਉਸ ਨੂੰ ਸ਼ਰਮ ਨਹੀਂ ਆਉਂਦੀ, ਆਪਣੇ ਦਿਓਰ ਦੇ ਕਮਰੇ ਵਿੱਚ ਸੌਂ ਰਹੀ ਹੈ। ਇਹ ਕਿਹੋ ਜਿਹੀ ਹਰਕਤ ਹੈ ਅਤੇ ਉਹ
ਇਹੋ ਜਿਹੀ ਵਿਗੜੀ ਹੋਈ ਕੁੜੀ ਹੈ ਕਿ ਉਸ ਨੂੰ ਇਹ ਵੀ ਨਹੀਂ ਪਤਾ ਕਿ ਉਹ ਕੀ ਕਰ ਰਹੀ ਹੈ। ਉਹ ਆਪਣੇ ਦਿਓਰ ਲਈ ਮਾਂ ਵਰਗੀ ਹੈ ਤਾਂ ਕਿ ਉਹ ਇਸ ਤਰ੍ਹਾਂ ਰਾਤ ਨੂੰ ਉਸਦੇ ਕਮਰੇ ਵਿੱਚ ਰਾਤ ਨੂੰ ਜਾਏਗੀ। ਸ਼ੁਕਰ ਮਨਾਓ ਕਿ ਤੁਹਾਡਾ ਭਰਾ ਬਹੁਤ ਚੰਗਾ ਹੈ। ਜੇਕਰ ਕੋਈ ਹੋਰ ਹੁੰਦਾ ਤਾਂ ਉਹ ਇਸ ਤੇ ਵੀ ਇਲਜ਼ਾਮ ਲਗਾ ਸਕਦਾ ਸੀ। ਮੇਰੇ ਪਤੀ ਨੇ ਮੈਨੂੰ ਆਪਣੀ ਭੂਆ ਦੇ ਸਾਹਮਣੇ ਝਿੜਕਿਆ ਤੇ ਕਿਹਾ, ਤੁਸੀਂ ਹਰ ਰੋਜ਼ ਇਹ ਕਿਹੋ ਜਿਹੀਆਂ ਹਰਕਤਾਂ ਕਰਨ ਲੱਗ ਪਏ ਹੋ? ਤੁਸੀਂ ਵਾਰ-ਵਾਰ ਮੇਰੇ ਭਰਾ ਦੇ ਕਮਰੇ ਵਿੱਚ ਕਿਉਂ ਜਾਂਦੇ ਹੋ? ਮੈਂ ਕਿਹਾ, ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ? ਮੈਂ ਤੁਹਾਡੇ ਭਰਾ ਦੇ ਕਮਰੇ ਵਿੱਚ ਕਿਉਂ ਜਾਵਾਂਗੀ ਅਤੇ ਉੱਥੇ ਜਾ ਕੇ ਮੈਨੂੰ ਕੀ ਮਿਲੇਗਾ? ਉੱਥੇ ਜਾ ਕੇ ਮੈਂ ਕੀ ਕਰਾਂਗੀ? ਮੈਨੂੰ ਅੱਜ ਚੰਗੀ ਤਰ੍ਹਾਂ ਯਾਦ ਹੈ, ਮੈਂ ਆਪਣੇ ਕਮਰੇ ਵਿੱਚ ਹੀ ਸੁੱਤੀ ਸੀ। ਮੇਰੇ ਪਤੀ ਨੇ ਪੁੱਛਿਆ, ਫਿਰ ਤੁਸੀਂ ਸੌਰਵ ਦੇ ਕਮਰੇ ਵਿੱਚ ਕੀ ਕਰ ਰਹੇ ਸੀ? ਮੇਰੇ ਪਤੀ ਮੇਰੇ ਤੇ ਬਹੁਤ ਗੁੱਸੇ ਹੋ ਗਏ ਸਨ ਅਤੇ ਉਸਨੇ ਮੇਰੇ ਨਾਲ ਗੱਲ ਕਰਨੀ ਵੀ ਬੰਦ ਕਰ ਦਿੱਤੀ। ਜਦੋਂ ਮੇਰੀ ਤਬੀਅਤ ਖਰਾਬ ਹੁੰਦੀ ਤਾਂ ਉਹ ਮੈਨੂੰ ਡਾਕਟਰ ਕੋਲ ਵੀ ਨਹੀਂ ਲੈ ਕੇ ਜਾਂਦਾ ਸੀ। ਨਾ ਉਹ ਮੇਰੇ ਕੋਲ ਆਉਂਦਾ ਤੇ ਨਾ ਹੀ ਉਹਨਾਂ ਨੂੰ ਮੇਰੀ ਪਰਵਾਹ। ਪਤਾ ਨਹੀਂ ਕਿਉਂ ਉਹ ਮੇਰੇ ਤੇ ਇੰਨਾ ਗੁੱਸੇ ਸੀ, ਭਾਵੇਂ ਕਿ ਇਹ ਮੇਰੀ ਗਲਤੀ ਨਹੀਂ ਸੀ। ਮੈਂ ਬਹੁਤ ਚਿੰਤਤ ਸੀ ਕਿ ਮੈਂ ਕੀ ਕਰਾਂ। ਮੇਰੇ ਪਤੀ ਦਾ ਵਿਹਾਰ ਦਿਨੋਂ ਦਿਨ ਬਦਲ ਰਿਹਾ ਸੀ। ਉਹ ਮੈਨੂੰ ਛੋਟੀਆਂ-ਛੋਟੀਆਂ ਗੱਲਾਂ ਤੇ ਝਿੜਕਦਾ ਸੀ ਅਤੇ ਹਮੇਸ਼ਾ ਮੇਰੇ ਨਾਲ ਝਗੜਾ ਕਰਦਾ ਰਹਿੰਦਾ ਸੀ। ਮੈਂ ਆਪਣੀ ਕਿਸਮਤ ਤੇ ਲਗਾਤਾਰ ਰੋਂਦੀ ਰਹਿੰਦੀ ਸੀ। ਵਿਆਹ ਤੋਂ ਪਹਿਲਾਂ ਭਰਾ ਭਰਜਾਈ ਦੇ ਘਰ ਨੌਕਰਾਣੀ ਵਾਂਗ ਰਹਿੰਦੀ ਸੀ ਅਤੇ ਫਿਰ ਆਪਣੀ ਭਰਜਾਈ ਦੇ ਤਾਨੇ ਸੁਣਦੀ ਰਹਿੰਦੀ। ਵਿਆਹ ਤੋਂ ਬਾਅਦ ਪਹਿਲਾਂ ਤਾਂ ਮੇਰੀ ਦਰਾਣੀ ਮੈਨੂੰ ਤੰਗ ਪਰੇਸ਼ਾਨ ਕਰਦੀ ਸੀ। ਹੁਣ ਜਦੋਂ ਤੋਂ ਉਹ ਇਸ ਦੁਨੀਆ ਤੋਂ ਗਈ ਸੀ, ਮੇਰੇ ਨਾਲ ਇਹ ਨਵੀਂ ਘਟਨਾ ਵਾਪਰਨ ਲੱਗੀ ਅਤੇ ਮੇਰੇ ਪਤੀ ਦਾ ਮੇਰੇ ਨਾਲ ਵਿਵਹਾਰ ਬਿਲਕੁਲ ਬਦਲ ਗਿਆ ਸੀ। ਮੇਰੇ ਪਤੀ ਵਿੱਚ ਬਿਲਕੁਲ ਵੀ ਰੋਮਾਂਸ ਨਹੀਂ ਸੀ, ਸਗੋਂ ਉਹ ਹਮੇਸ਼ਾ ਮੈਨੂੰ ਗੁੱਸੇ ਭਰੀਆਂ ਨਜ਼ਰਾਂ ਨਾਲ ਦੇਖਦਾ ਰਹਿੰਦਾ ਸੀ। ਜ਼ਿੰਦਗੀ ਬਸ ਇਸ ਤਰ੍ਹਾਂ ਹੀ ਚੱਲ ਰਹੀ ਸੀ, ਪਰ ਮੇਰੇ ਪਤੀ ਨੂੰ ਮੇਰੀ ਬਿਲਕੁਲ ਵੀ ਪਰਵਾਹ ਨਹੀਂ। ਮੇਰੇ ਪਤੀ ਨੇ ਮੇਰੇ ਬਾਰੇ ਪੁੱਛਣਾ ਵੀ ਬੰਦ ਕਰ ਦਿੱਤਾ ਸੀ, ਨਾ ਹੀ ਉਹ ਮੇਰੇ ਵੱਲ ਦੇਖਦਾ ਸੀ। ਸਾਡੇ ਵਿਚਕਾਰ ਪਤੀ ਪਤਨੀ ਦਾ ਕੋਈ ਰਿਸ਼ਤਾ ਨਹੀਂ ਬਚਿਆ ਸੀ। ਭਾਵੇਂ ਅਸੀਂ ਦੋਵੇਂ ਇੱਕੋ ਘਰ ਵਿੱਚ ਰਹਿੰਦੇ ਸੀ, ਪਰ ਅਸੀਂ ਅਜਨਬੀਆਂ ਵਾਂਗ ਰਹਿੰਦੇ ਸੀ। ਮੈਂ ਆਪਣੇ ਪਤੀ ਨਾਲ ਗੱਲ ਕਰਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਮੈਂ ਹਰ ਵਾਰ ਅਸਫਲ ਰਹੀ। ਮੈਂ ਵੱਧ ਤੋਂ ਵੱਧ ਕੀ ਕਰ ਸਕਦੀ ਸੀ? ਮੈਂ ਸਿਰਫ ਆਪਣੇ ਪਤੀ ਤੋਂ ਮਾਫੀ ਮੰਗ ਸਕਦੀ ਸੀ ਅਤੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਸਕਦੀ, ਪਰ ਮੇਰੇ ਪਤੀ ਨੇ ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ। ਮੈਂ ਬਸ ਰੋਂਦੀ ਰਹਿੰਦੀ ਤੇ ਕਿਸੇ ਨਾ ਕਿਸੇ ਤਰ੍ਹਾਂ ਸਹੁਰੇ ਘਰ ਰਹਿ ਕੇ ਜ਼ਿੰਦਗੀ ਗੁਜ਼ਾਰ ਰਹੀ ਸੀ। ਜਦੋਂ ਮੈਂ ਛੋਟੀ ਸੀ ਤਾਂ ਮੇਰੀ ਮਾਂ ਨੇ ਮੈਨੂੰ ਬਹੁਤ ਧੀਰਜ ਰੱਖਣਾ ਸਿਖਾਇਆ ਸੀ, ਪਰ ਹੁਣ ਮੇਰੇ ਸਬਰ ਦੀ ਹੱਦ ਹੋ ਗਈ ਸੀ। ਮੇਰੇ ਵਿੱਚ ਹੁਣ ਸਬਰ ਕਰਨ ਦੀ ਹਿੰਮਤ ਨਹੀਂ ਸੀ। ਮੈਂ ਫਿਰ ਵੀ ਸਬਰ ਰੱਖਣ ਦੀ ਕੋਸ਼ਿਸ਼ ਕੀਤੀ। ਮੈਂ ਹਰ ਕੰਮ ਬੜੀ ਸਾਵਧਾਨੀ ਨਾਲ ਕਰਦੀ ਤਾਂ ਕਿ ਅਜਿਹਾ ਨਾ ਹੋਵੇ ਕਿ ਮੇਰੇ ਪਤੀ ਨੇ ਮੈਨੂੰ ਫਿਰ ਤੋਂ ਗਲਤ ਸਮਝਣਾ ਸ਼ੁਰੂ ਕਰ ਦੇਵੇ। ਜਿਨ੍ਹਾਂ ਕੁੜੀਆਂ ਕੋਲ ਸ਼ਰਮ ਹੁੰਦੀ ਹੈ ਉਹ ਆਪਣੇ ਆਪ ਗਲਤ ਕੰਮਾਂ ਤੋਂ ਪਿੱਛੇ ਹਟ ਜਾਂਦੀਆਂ ਹਨ, ਪਰ ਪਤੀ ਦਾ ਕੰਮ ਹੁੰਦਾ ਹੈ ਅੱਗੇ ਵੱਧ ਕੇ ਪਤਨੀ ਨੂੰ ਮੌਕਾ ਦੇਣਾ। ਮੈਨੂੰ ਨਹੀਂ ਪਤਾ ਕਿ ਮੇਰੇ ਪਤੀ ਨੂੰ ਕੀ ਹੋਇਆ ਕਿ ਹੁਣ ਮੈਨੂੰ ਉਹ ਦੇਖਣਾ ਵੀ ਪਸੰਦ ਨਹੀਂ ਕਰਦਾ ਸੀ। ਜਦੋਂ ਮੇਰੀ ਦਰਾਣੀ ਜਿੰਦਾ ਸੀ ਤਾਂ ਮੇਰਾ ਪਤੀ ਹੁਣ ਜਿਹਾ ਨਹੀਂ ਸੀ। ਮੇਰੇ ਪਤੀ ਪਹਿਲਾਂ ਦੇ ਮੁਕਾਬਲੇ ਪੂਰੀ ਤਰ੍ਹਾਂ ਬਦਲ ਗਿਆ ਸੀ। ਪਹਿਲਾਂ ਉਹ ਕੁਝ ਪਿਆਰ ਅਤੇ ਸਤਿਕਾਰ ਦਿਖਾਉਂਦੇ ਸਨ, ਪਰ ਹੁਣ ਉਹ ਮੇਰੇ ਨਾਲ ਗੱਲ ਕਰਨਾ ਵੀ ਭੁੱਲ ਗਏ ਸਨ। ਪਹਿਲਾਂ ਘੱਟੋ ਘੱਟ ਉਹ ਮੇਰੇ ਨਾਲ ਬੈਠ ਕੇ ਖਾਣਾ ਖਾਂਦਾ ਸੀ ਅਤੇ ਇੱਕ ਦੋ ਵਾਰ ਮੇਰੇ ਨਾਲ ਗੱਲਾਂ ਕਰਦਾ ਸੀ, ਪਰ ਹੁਣ ਉਹ ਸਭ ਕੁਝ ਭੁੱਲ ਚੁੱਕੀ ਸੀ। ਪਰ ਮੇਰਾ ਦਿਓਰ ਇੰਨੀ ਦਿਨੀ ਮੇਰਾ ਬਹੁਤ ਖਿਆਲ ਰੱਖ ਰਿਹਾ ਸੀ। ਮੈਨੂੰ ਬਹੁਤ ਚੰਗਾ ਲੱਗਦਾ ਜਦੋਂ ਉਹ ਮੇਰਾ ਖਿਆਲ ਰੱਖਦਾ। ਮੇਰੇ ਪਤੀ ਦੀ ਭੂਆ ਦੇ ਸਾਹਮਣੇ ਵੀ ਮੇਰੀ ਬਹੁਤ ਬੇਇੱਜ਼ਤੀ ਹੋਈ। ਉਹ ਵੀ ਮੈਨੂੰ ਗਾਲਾਂ ਕੱਢ ਕੇ ਚਲੀ ਗਈ। ਮੇਰਾ ਦਿਓਰ ਹਰ ਸ਼ਾਮ ਮੇਰੇ ਲਈ ਕੁਝ ਨਾ ਕੁਝ ਖਾਣ ਪੀਣ ਨੂੰ ਲੈ ਕੇ ਆਉਂਦਾ ਸੀ। ਕਦੇ ਉਹ ਚੌਮਿਨ, ਕਦੇ 버ਗਰ ਤੇ ਕਦੇ ਸਮੋਸਾ ਲੈ ਕੇ ਆਉਂਦਾ ਸੀ। ਉਸ ਵੱਲੋਂ ਲਿਆਂਦੀਆਂ ਇਹ ਚੀਜ਼ਾਂ ਮੈਨੂੰ ਬਹੁਤ ਪਸੰਦ ਆਉਂਦੀਆਂ, ਪਰ ਮੈਂ ਇੱਕ ਗੱਲ ਨੋਟ ਕੀਤੀ ਸੀ ਕਿ ਜਦੋਂ ਵੀ ਮੈਂ ਆਪਣੇ ਦਿਓਰ ਵੱਲੋਂ ਲਿਆਂਦੀ ਕੋਈ ਚੀਜ਼ ਖਾਂਦੀ ਸੀ ਤਾਂ ਮੈਨੂੰ ਬਹੁਤ ਨੀਂਦ ਆਉਂਦੀ ਸੀ ਅਤੇ ਉਸ ਤੋਂ ਬਾਅਦ ਮੈਂ ਆਪਣੇ ਦਿਓਰ ਦੇ ਕਮਰੇ ਵਿੱਚ ਸੁੱਤੀ ਪਈ ਮਿਲਦੀ ਸੀ ਅਤੇ ਉਹ ਵਿਹੜੇ ਵਿੱਚ ਮੰਜੇ ਤੇ ਸੌਂ ਜਾਂਦਾ ਸੀ। ਉਹ ਕਹਿੰਦਾ ਸੀ ਕਿ ਮੈਨੂੰ ਖੁੱਲ੍ਹੇ ਵਿੱਚ ਸੌਣਾ ਬਹੁਤ ਪਸੰਦ ਹੈ ਕਿਉਂਕਿ ਕਮਰੇ ਦੇ ਅੰਦਰ ਗਰਮੀ ਆਉਂਦੀ ਹੈ, ਇਸ ਲਈ ਮੈਂ ਬਾਹਰ ਸੌਂਦਾ ਹਾਂ। ਅਤੇ ਫਿਰ ਜਦੋਂ ਭਾਬੀ ਮੇਰੇ ਕਮਰੇ ਵਿੱਚ ਆਉਂਦੀ ਹੈ ਤਾਂ ਮੈਨੂੰ ਇਹ ਚੰਗਾ ਨਹੀਂ ਲੱਗਦਾ ਕਿ ਮੈਂ ਕਮਰੇ ਅੰਦਰ ਜਾ ਕੇ ਸੌਵਾਂ। ਮੇਰੇ ਪਤੀ ਨੇ ਕਿਹਾ ਕਿ ਤੁਸੀਂ ਰਾਤ ਨੂੰ ਆਪਣੇ ਕਮਰੇ ਨੂੰ ਅੰਦਰੋਂ ਤਾਲਾ ਲਗਾ ਲਿਆ ਕਰੋ, ਪਰ ਮੇਰੇ ਦਿਓਰ ਨੇ ਕਿਹਾ ਕਿ ਮੇਰੇ ਕਮਰੇ ਦੇ ਦਰਵਾਜ਼ੇ ਦਾ ਤਾਲਾ ਖਰਾਬ ਹੈ। ਫਿਰ ਮੇਰੇ ਪਤੀ ਨੇ ਇਹ ਗੱਲ ਆਪਣੇ ਦੋਸਤਾਂ ਨੂੰ ਦੱਸੀ ਤਾਂ ਉਸ ਦੇ ਦੋਸਤਾਂ ਨੇ ਉਸ ਨੂੰ ਕਿਹਾ ਕਿ ਲੱਗਦਾ ਹੈ ਕਿ ਤੁਹਾਡੀ ਪਤਨੀ ਨੂੰ ਨੀਂਦ ਵਿੱਚ ਤੁਰਨ ਦੀ ਆਦਤ ਹੈ ਜਾਂ ਫਿਰ ਉਹ ਕਿਸੇ ਮਾਨਸਿਕ ਬਿਮਾਰੀ ਤੋਂ ਪੀੜਤ ਹੈ, ਕਿਉਂਕਿ ਤੁਹਾਡੇ ਅਨੁਸਾਰ ਤੁਹਾਡੀ ਪਤਨੀ ਨੂੰ ਇਹ ਯਾਦ ਨਹੀਂ ਹੁੰਦਾ ਕਿ ਉਹ ਕਿੱਥੇ ਸੌਂਦੀ ਹੈ। ਪਰ ਮੈਨੂੰ ਇਹ ਵੀ ਨਹੀਂ ਪਤਾ ਕਿ ਮੈਨੂੰ ਇਹ ਬਿਮਾਰੀ ਕਦੋਂ ਹੋ ਗਈ। ਵਿਆਹ ਤੋਂ ਪਹਿਲਾਂ ਮੈਂ ਆਪਣੀ ਛੋਟੀ ਭੈਣ ਨਾਲ ਕਮਰੇ ਵਿੱਚ ਸੌਂਦੀ ਸੀ ਤੇ
ਤੇ ਉਸਨੇ ਕਦੇ ਵੀ ਮੇਰੀ ਇਸ ਬਿਮਾਰੀ ਬਾਰੇ ਮੈਨੂੰ ਨਹੀਂ ਦੱਸਿਆ। ਪਰ ਜਦੋਂ ਕਿਸੇ ਵਿਅਕਤੀ ਨੂੰ ਇਹ ਬਿਮਾਰੀ ਹੁੰਦੀ ਹੈ ਤਾਂ ਉਸ ਨੂੰ ਪਤਾ ਨਹੀਂ ਹੁੰਦਾ ਕਿ ਉਹ ਰਾਤ ਨੂੰ ਸੌਂਦੇ ਸਮੇਂ ਕੀ ਕਰ ਰਿਹਾ ਹੈ। ਉਹ ਆਪਣੀ ਨੀਂਦ ਵਿੱਚ ਕਿਤੇ ਵੀ ਤੁਰ ਜਾਂਦਾ ਹੈ ਅਤੇ ਜੇਕਰ ਉਸ ਨੂੰ ਕੋਈ ਮਾਨਸਿਕ ਰੋਗ ਹੈ ਤਾਂ ਉਹ ਜੋ ਵੀ ਕਰਦਾ ਹੈ ਉਸ ਨੂੰ ਕਿਸੇ ਵੀ ਚੀਜ਼ ਦਾ ਕੋਈ ਪਤਾ ਨਹੀਂ ਹੁੰਦਾ। ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਮੈਨੂੰ ਇਹ ਬਿਮਾਰੀ ਕਦੋਂ ਅਤੇ ਕਿਵੇਂ ਲੱਗੀ। ਮੇਰੇ ਪੇਕੇ ਘਰ ਵਿੱਚ ਕਿਸੇ ਨੇ ਮੈਨੂੰ ਇਹ ਨਹੀਂ ਦੱਸਿਆ ਸੀ ਕਿ ਮੈਨੂੰ ਅਜਿਹੀ ਕੋਈ ਬਿਮਾਰੀ ਹੈ। ਜੇ ਮੈਨੂੰ ਇਹ ਬਿਮਾਰੀ ਸੀ ਇਸ ਲਈ ਮੈਨੂੰ ਇਹ ਪਤਾ ਨਹੀਂ ਲੱਗਦਾ ਸੀ ਕਿ ਮੈਂ ਨੀਂਦ ਵਿੱਚ ਆਪਣੇ ਦਿਓਰ ਦੇ ਕਮਰੇ ਵਿੱਚ ਜਾ ਰਹੀ ਹਾਂ। ਵਿਆਹ ਤੋਂ ਪਹਿਲਾਂ ਮੈਂ ਆਪਣੀ ਛੋਟੀ ਭੈਣ ਨਾਲ ਇੱਕੋ ਕਮਰੇ ਵਿੱਚ ਸੌਂਦੀ ਸੀ। ਉਸਨੇ ਕਦੇ ਵੀ ਮੇਰੀ ਇਸ ਬਿਮਾਰੀ ਬਾਰੇ ਮੈਨੂੰ ਕੁਝ ਨਹੀਂ ਦੱਸਿਆ। ਮੈਂ ਬਹੁਤ ਤੰਗ ਆ ਗਈ ਸੀ ਅਤੇ ਬਹੁਤ ਪਰੇਸ਼ਾਨ ਸੀ। ਆਖਰ ਮੇਰੇ ਨਾਲ ਕੀ ਹੋ ਰਿਹਾ ਸੀ ਮੈਨੂੰ ਪਤਾ ਹੀ ਨਹੀਂ ਲੱਗਦਾ ਸੀ ਕਿ ਮੈਂ ਨੀਂਦ ਵਿੱਚ ਕਦੋਂ ਅਤੇ ਕਿਵੇਂ ਆਪਣੇ ਦਿਓਰ ਦੇ ਕਮਰੇ ਵਿੱਚ ਪਹੁੰਚ ਜਾਂਦੀ ਸੀ। ਮੇਰੇ ਪਤੀ ਨੇ ਇੱਕ ਦਿਨ ਮੈਨੂੰ ਕਿਹਾ ਕਿ ਤੁਸੀਂ 2-3 ਦਿਨ ਲਈ ਆਪਣੇ ਭਰਾ ਭਾਬੀ ਦੇ ਘਰ ਚਲੇ ਜਾਓ। ਇੱਥੇ ਤੁਸੀਂ ਇਕੱਲੇ ਰਹਿ ਕੇ ਪਾਗਲ ਹੋ ਗਏ। ਜੇ ਤੁਸੀਂ 2 ਦਿਨ ਆਪਣੇ ਭਰਾ ਦੇ ਘਰ ਰਹੋਗੇ ਤਾਂ ਤੁਹਾਡੇ ਮਨ ਨੂੰ ਆਰਾਮ ਮਿਲੇਗਾ। ਅਗਲੇ ਹੀ ਦਿਨ ਮੈਂ ਆਪਣੇ ਭਰਾ ਅਤੇ ਭਰਜਾਈ ਦੇ ਘਰ ਚਲੀ ਗਈ। ਮੈਂ ਆਪਣੀ ਛੋਟੀ ਭੈਣ ਨੂੰ ਪੁੱਛਿਆ ਕਿ ਤੁਹਾਨੂੰ ਲੱਗਦਾ ਹੈ ਕਿ ਵਿਆਹ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕੋ ਬਿਸਤਰੇ ਤੇ ਸੌਂਦੀ ਸੀ ਅਤੇ ਸਵੇਰੇ ਮੈਂ ਤੁਹਾਨੂੰ ਕਿਤੇ ਹੋਰ ਬਿਸਤਰੇ ਤੇ ਮਿਲਦੀ ਸੀ। ਮੇਰੀ ਭੈਣ ਨੂੰ ਮੇਰੀ ਗੱਲ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਕਹਿਣ ਦੀ ਕੋਸ਼ਿਸ਼ ਕਰ ਰਹੀ ਹਾਂ। ਫਿਰ ਮੈਂ ਉਸ ਨੂੰ ਮੇਰੇ ਸਹੁਰੇ ਘਰ ਹੋ ਰਹੀ ਘਟਨਾ ਬਾਰੇ ਦੱਸਿਆ। ਮੇਰੀ ਭੈਣ ਇਹ ਸੁਣ ਕੇ ਬਹੁਤ ਹੈਰਾਨ ਹੋਈ। ਦੀਦੀ ਨੇ ਕਿਹਾ, ਅਜਿਹਾ ਨਹੀਂ ਹੋ ਸਕਦਾ। ਵਿਆਹ ਤੋਂ ਪਹਿਲਾਂ ਤੂੰ ਮੇਰੇ ਨਾਲ ਹੀ ਸੌਂਦੀ ਸੀ। ਅਸਲ ਵਿੱਚ ਤੂੰ ਇੰਨੀ ਗੂੜੀ ਨੀਂਦ ਵਿੱਚ ਸੌਂਦੀ ਸੀ ਕਿ ਕਈ ਵਾਰ ਰਾਤ ਨੂੰ ਜਦੋਂ ਮੈਂ ਡਰ ਜਾਂਦੀ ਤੇ ਤੈਨੂੰ ਜਗਾਉਣ ਦੀ ਕੋਸ਼ਿਸ਼ ਕਰਦੀ ਪਰ ਤੂੰ ਨਹੀਂ ਜਾਗਦੀ। ਮੈਂ ਤੇਰੇ ਅੰਦਰ ਅਜਿਹਾ ਵਿਹਾਰ ਕਦੇ ਨਹੀਂ ਦੇਖਿਆ। ਯਕੀਨਨ ਤੁਹਾਡੇ ਪਤੀ ਨੂੰ ਕੋਈ ਗਲਤਫਹਿਮੀ ਹੋਈ ਹੈ। ਮੈਂ ਕਿਹਾ, ਗਲਤਫਹਿਮੀ ਕਿਵੇਂ ਹੋ ਸਕਦੀ ਹੈ? ਮੈਂ ਰਾਤ ਨੂੰ ਆਪਣੇ ਕਮਰੇ ਵਿੱਚ ਸੌਂਦੀ ਹਾਂ ਅਤੇ ਜਦੋਂ ਮੈਂ ਆਪਣੀਆਂ ਅੱਖਾਂ ਖੋਲਦੀ ਹਾਂ ਤਾਂ ਮੈਂ ਆਪਣੀ ਅੱਖਾਂ ਨਾਲ ਦੇਖਦੀ ਹਾਂ ਕਿ ਮੈਂ ਆਪਣੇ ਦਿਓਰ ਦੇ ਕਮਰੇ ਵਿੱਚ ਲੇਟੀ ਹੋਈ ਹੁੰਦੀ ਹਾਂ। ਮੇਰਾ ਪਤੀ ਵੀ ਦੇਖਦਾ ਹੈ ਕਿ ਅਸਲ ਵਿੱਚ ਕੀ ਹੋ ਰਿਹਾ ਹੈ। ਇਹ ਗਲਤਫਹਿਮੀ ਨਹੀਂ ਹੋ ਸਕਦੀ। ਮੈਂ ਵੀ ਬਹੁਤ ਚਿੰਤਤ ਸੀ ਕਿ ਮੈਨੂੰ ਇਹ ਬਿਮਾਰੀ ਕਦੋਂ ਹੋਈ। ਜੇ ਇਹ ਹੋਇਆ ਸੀ ਤਾਂ ਮੈਨੂੰ ਇਸ ਬਾਰੇ ਕਿਉਂ ਨਹੀਂ ਪਤਾ ਸੀ। ਮੈਂ ਇਹ ਸੋਚ ਕੇ ਚਿੰਤਤ ਹੋ ਰਹੀ ਸੀ ਕਿ ਜੇ ਮੈਨੂੰ ਇਹ ਬਿਮਾਰੀ ਸੀ ਤਾਂ ਮੈਨੂੰ ਆਪਣੇ ਮਾਪਿਆਂ ਦੇ ਘਰ ਕਿਉਂ ਨਹੀਂ ਪਤਾ ਲੱਗਾ। ਸਹੁਰੇ ਘਰ ਜਾ ਕੇ ਹੀ ਕਿਉਂ ਪਤਾ ਲੱਗਾ। ਮੈਂ ਸੋਚਿਆ ਕਿ ਹੁਣ ਜਦੋਂ ਮੈਂ ਆਪਣੇ ਭਰਾ ਅਤੇ ਭਰਜਾਈ ਦੇ ਘਰ ਆਈ ਹਾਂ ਤਾਂ ਦੇਖਾਂਗੀ ਕਿ ਇੱਥੇ ਮੇਰੇ ਨਾਲ ਅਜਿਹਾ ਕੁਝ ਵਾਪਰਦਾ ਹੈ ਜਾਂ ਨਹੀਂ। ਪਰ ਜਦੋਂ ਮੈਂ ਰਾਤ ਨੂੰ ਸੌਂ ਗਈ ਤਾਂ ਮੈਂ ਆਪਣੀ ਭੈਣ ਦੇ ਨਾਲ ਆਪਣੇ ਕਮਰੇ ਵਿੱਚ ਸੀ ਅਤੇ ਜਦੋਂ ਸਵੇਰੇ ਮੇਰੀ ਅੱਖ ਖੁੱਲੀ ਤਾਂ ਮੈਂ ਉਸ ਬਿਸਤਰੇ ਤੇ ਮੌਜੂਦ ਸੀ ਜਿਸ ਤੇ ਮੈਂ ਸੁੱਤੀ ਸੀ। ਮੈਂ ਬਹੁਤ ਹੈਰਾਨ ਹੋਈ ਕਿ ਜੇ ਇਹ ਕੋਈ ਬਿਮਾਰੀ ਸੀ ਤਾਂ ਮੇਰੇ ਮਾਪਿਆਂ ਦੇ ਘਰ ਮੇਰੇ ਨਾਲ ਅਜਿਹਾ ਕੁਝ ਕਿਉਂ ਨਹੀਂ ਹੋਇਆ। ਇੱਥੇ ਵੀ ਮੈਂ ਸੌਣ ਤੋਂ ਬਾਅਦ ਕਿਸੇ ਹੋਰ ਦੇ ਕਮਰੇ ਵਿੱਚ ਜਾ ਸਕਦੀ ਸੀ। ਮੈਂ 2-3 ਦਿਨ ਆਪਣੇ ਭਰਾ ਅਤੇ ਭਰਜਾਈ ਦੇ ਘਰ ਰਹੀ। ਮੇਰੀ ਅਜਿਹੀ ਕੋਈ ਗਲਤ ਹਰਕਤ ਮੇਰੇ ਭਰਾ ਭਰਜਾਈ ਜਾਂ ਮੇਰੀ ਭੈਣ ਦੇ ਸਾਹਮਣੇ ਨਹੀਂ ਆਈ। ਇਹਨਾਂ 2 ਰਾਤਾਂ ਵਿੱਚ ਇੱਕ ਵਾਰ ਵੀ ਮੈਂ ਆਪਣੇ ਬਿਸਤਰੇ ਤੋਂ ਦੂਜੇ ਬਿਸਤਰੇ ਤੇ ਨਹੀਂ ਗਈ। ਮੈਂ ਜਿਸ ਬਿਸਤਰੇ ਤੇ ਸੌਂਦੀ ਸੀ ਅਤੇ ਜਦੋਂ ਮੈਂ ਸਵੇਰੇ ਉੱਠਦੀ ਤਾਂ ਅਜੇ ਵੀ ਉਸੇ ਬਿਸਤਰੇ ਤੇ ਹੀ ਹੁੰਦੀ ਸੀ। ਜਦੋਂ ਮੈਂ ਆਪਣੇ ਸਹੁਰੇ ਘਰ ਆਈ ਸਭ ਤੋਂ ਪਹਿਲਾਂ ਮੈਂ ਇਹ ਗੱਲ ਆਪਣੇ ਪਤੀ ਨੂੰ ਦੱਸੀ ਕਿ ਜੇਕਰ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰਦੇ ਤਾਂ ਮੇਰੀ ਛੋਟੀ ਭੈਣ ਮੇਰੇ ਨਾਲ ਉਸੇ ਬਿਸਤਰੇ ਤੇ ਸੌਂਦੀ ਸੀ ਅਤੇ ਉਸ ਨੂੰ ਵੀ ਪੁੱਛ ਸਕਦੇ ਹੋ। ਪਰ ਮੈਂ ਬਹੁਤ ਹੈਰਾਨ ਸੀ। ਮੇਰੇ ਪਤੀ ਨੇ ਮੇਰੇ ਤੇ ਵਿਸ਼ਵਾਸ ਨਹੀਂ ਕੀਤਾ। ਉਸਨੇ ਮੇਰੇ ਸਾਰੇ ਬਿਆਨ ਨੂੰ ਉਲਟਾ ਦਿੱਤਾ ਅਤੇ ਕਿਹਾ, ਫਿਰ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਇੱਥੇ ਅਜਿਹਾ ਕਿਉਂ ਕਰਦੇ ਹੋ ਅਤੇ ਤੁਸੀਂ ਮੇਰੇ ਛੋਟੇ ਭਰਾ ਦੇ ਕਮਰੇ ਵਿੱਚ ਕਿਉਂ ਜਾਂਦੇ ਹੋ? ਕੀ ਤੁਸੀਂ ਮੇਰੇ ਭਰਾ ਦੀ ਪਤਨੀ ਦੀ ਜਗ੍ਹਾ ਲੈਣਾ ਚਾਹੁੰਦੇ ਹੋ? ਮੇਰੇ ਪਤੀ ਦੀ ਇਹ ਗੱਲ ਸੁਣ ਕੇ ਮੈਂ ਆਪਣੇ ਕੰਨਾਂ ਤੇ ਹੱਥ ਰੱਖ ਲਿਆ। ਆਖਿਰ ਮੇਰਾ ਪਤੀ ਇਹ ਸਭ ਕੀ ਕਹਿ ਰਿਹਾ ਸੀ? ਮੈਂ ਆਪਣੇ ਪਤੀ ਨੂੰ ਕਿਹਾ, ਤੁਸੀਂ ਇਹ ਕਿਵੇਂ ਕਹਿ ਸਕਦੇ ਹੋ? ਮੈਂ ਅਜਿਹੀ ਨਹੀਂ ਹਾਂ। ਮੈਨੂੰ ਨਹੀਂ ਪਤਾ ਕਿ ਇਹ ਸਭ ਮੇਰੇ ਨਾਲ ਕਿਵੇਂ ਹੁੰਦਾ ਹੈ ਅਤੇ ਕਿਉਂ ਹੁੰਦਾ ਹੈ। ਮੇਰੇ ਪਤੀ ਨੇ ਹੁਣ ਮੇਰੇ ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਸਨ। ਮੈਂ ਸੋਚ ਰਹੀ ਸੀ ਕਿ ਮੇਰਾ ਪਤੀ ਇੰਨਾ ਗਿਰ ਸਕਦਾ ਹੈ ਕਿ ਉਸ ਨੂੰ ਆਪਣੀ ਪਤਨੀ ਤੇ ਭਰੋਸਾ ਨਹੀਂ ਸੀ ਅਤੇ ਮੇਰੇ ਪਤੀ ਨੇ ਪਹਿਲਾਂ ਹੀ ਮੇਰੇ ਤੇ ਦੋਸ਼ ਲਗਾ ਦਿੱਤੇ ਸਨ। ਮੈਂ ਗਲਤ ਨਹੀਂ ਸੀ, ਇਸ ਲਈ ਮੈਂ ਇਹ ਸਵੀਕਾਰ ਨਹੀਂ ਕਰ ਸਕਦੀ ਸੀ। ਮੈਂ ਆਪਣੇ ਪਤੀ ਨਾਲ ਗੱਲ ਕਰਨਾ ਵੀ ਬੰਦ ਕਰ ਦਿੱਤਾ ਸੀ ਅਤੇ ਉਸ ਨੂੰ ਉਸਦੇ ਹਾਲਤ ਤੇ ਛੱਡ ਦਿੱਤਾ ਸੀ। ਪਰ ਮੇਰਾ ਦਿਓਰ ਮੇਰਾ ਬਹੁਤ ਖਿਆਲ ਰੱਖਦਾ ਸੀ ਅਤੇ ਹੁਣ ਮੈਨੂੰ ਉਸਦੀ ਇਹ ਗੱਲ ਬਹੁਤ ਪਸੰਦ ਸੀ ਕਿਉਂਕਿ ਮੇਰਾ ਪਤੀ ਮੇਰਾ ਖਿਆਲ ਰੱਖਣਾ ਪੂਰੀ ਤਰ੍ਹਾਂ ਭੁੱਲ ਗਿਆ ਸੀ। ਮੇਰੇ ਪੇਕੇ ਘਰ ਵੀ ਮੇਰੇ ਭਰਾ ਭੈਣ ਨੇ ਸਾਡੇ ਭੈਣਾਂ ਵੱਲ ਕਦੇ ਬਹੁਤਾ ਧਿਆਨ ਨਹੀਂ ਦਿੱਤਾ ਸੀ। ਜਦੋਂ ਤੋਂ ਉਸ ਦਾ ਵਿਆਹ ਹੋਇਆ ਸੀ ਉਹ ਹਮੇਸ਼ਾ ਆਪਣੀ ਪਤਨੀ ਦਾ ਖਿਆਲ ਰੱਖਦਾ ਸੀ ਅਤੇ ਸਾਨੂੰ 3 ਭੈਣਾਂ ਵਿੱਚੋਂ ਕਿਸੇ ਨੂੰ ਵੀ ਬਾਹਰ ਘੁੰਮਣ ਲਈ ਨਹੀਂ ਲੈ ਕੇ ਗਿਆ ਸੀ। ਅਸੀਂ 3 ਭੈਣਾਂ ਨੇ ਨਿਰਾਸ਼ਾ ਨਾਲ ਸਭ ਕੁਝ ਬਰਦਾਸ਼ਤ ਕੀਤਾ ਸੀ। ਮੇਰਾ ਦਿਓਰ ਮੇਰਾ ਬਹੁਤ ਖਿਆਲ ਰੱਖ ਰਿਹਾ ਸੀ। ਮੈਨੂੰ ਉਸ ਦੁਆਰਾ
ਦੁਆਰਾ ਮੇਰਾ ਖਿਆਲ ਰੱਖਣਾ ਬਹੁਤ ਚੰਗਾ ਲੱਗਾ। ਉਹ ਮੇਰੇ ਲਈ ਮੇਰੇ ਭਰਾ ਵਰਗਾ ਸੀ। ਕਦੇ ਮੇਰੇ ਲਈ ਖਾਣ ਪੀਣ ਦਾ ਸਮਾਨ ਲੈ ਕੇ ਆਉਂਦਾ ਤੇ ਕਦੇ ਮੇਰੇ ਨਾਲ ਮਜ਼ਾਕ ਕਰਦਾ। ਉਹ ਮੇਰੇ ਬਾਰੇ ਬਹੁਤ ਫਿਕਰਮੰਦ ਸੀ। ਉਹ ਕਹਿੰਦਾ ਸੀ ਕਿ ਭਾਬੀ ਜੀ, ਘਰ ਦਾ ਬਹੁਤਾ ਕੰਮ ਨਾ ਕਰਿਆ ਕਰੋ, ਕਦੇ ਕਦੇ ਆਰਾਮ ਵੀ ਕਰ ਲਿਆ ਕਰੋ। ਕਦੇ ਵਿਚਾਰਾ ਖੁਦ ਮੇਰੇ ਨਾਲ ਰੋਟੀਆਂ ਬਣਵਾ ਦਿੰਦਾ ਤੇ ਕਦੇ ਕੱਪੜੇ ਧੋਣ ਵੇਲੇ ਮੇਰੇ ਨਾਲ ਕੱਪੜੇ ਵੀ ਧਵਾ ਦਿੰਦਾ। ਮੈਂ ਇੱਕ ਦਿਨ ਆਪਣੇ ਦਿਓਰ ਨੂੰ ਪੁੱਛ ਹੀ ਲਿਆ ਕਿ ਜਦੋਂ ਤੇਰੀ ਪਤਨੀ ਜਿੰਦਾ ਸੀ ਤਾਂ ਤੇਰਾ ਵਿਹਾਰ ਮੇਰੇ ਨਾਲ ਹੁਣ ਵਰਗਾ ਕਿਉਂ ਨਹੀਂ ਸੀ। ਉਸਨੇ ਕਿਹਾ, ਭਾਬੀ, ਤੁਹਾਡੀ ਅਹਿਮੀਅਤ ਦਾ ਮੈਨੂੰ ਮੇਰੀ ਪਤਨੀ ਦੀ ਮੌਤ ਤੋਂ ਬਾਅਦ ਪਤਾ ਲੱਗਾ। ਤੁਸੀਂ ਕਿੰਨੇ ਚੰਗੇ ਹੋ ਅਤੇ ਤੁਸੀਂ ਕਿੰਨੇ ਸੋਹਣੇ ਅਤੇ ਜਵਾਨ ਹੋ ਕਿ ਭਰਾ ਤੁਹਾਡੇ ਨਾਲ ਖੜਾ ਬਿਲਕੁਲ ਵੀ ਚੰਗਾ ਨਹੀਂ ਲੱਗਦਾ। ਜਦੋਂ ਕਿ ਤੁਸੀਂ ਕੋਹੀਨੂਰ ਦਾ ਹੀਰਾ ਹੋ, ਪਰ ਭਰਾ ਤੁਹਾਡੀ ਕਦਰ ਨਹੀਂ ਕਰਦਾ। ਸ਼ਾਇਦ ਮੈਂ ਵੀ ਤੇਰੀ ਕਦਰ ਨਹੀਂ ਕੀਤੀ। ਫਿਰ ਪਰਮੇਸ਼ਵਰ ਨੇ ਮੇਰੀ ਪਤਨੀ ਨੂੰ ਮੇਰੇ ਤੋਂ ਖੋਹ ਲਿਆ। ਤੁਸੀਂ ਵੀ ਸਾਡੇ ਪਰਿਵਾਰ ਦੇ ਮੈਂਬਰ ਸੀ। ਮੈਨੂੰ ਅਫਸੋਸ ਹੈ ਕਿ ਮੈਨੂੰ ਤੁਹਾਡੇ ਨਾਲ ਚੰਗਾ ਵਿਵਹਾਰ ਕਰਨਾ ਚਾਹੀਦਾ ਸੀ। ਕਈ ਵਾਰ ਮੇਰੀ ਪਤਨੀ ਮੈਨੂੰ ਤੁਹਾਡੇ ਵਿਰੁੱਧ ਭੜਕਾਉਂਦੀ ਸੀ ਅਤੇ ਮੈਂ ਵੀ ਉਸ ਦੀਆਂ ਗੱਲਾਂ ਵਿੱਚ ਆ ਜਾਂਦਾ ਸੀ। ਸ਼ਾਇਦ ਇਸੇ ਲਈ ਮੈਂ ਤੁਹਾਡੀ ਕਦਰ ਨਹੀਂ ਕੀਤੀ ਅਤੇ ਮੈਂ ਤੁਹਾਡੇ ਨਾਲ ਹਮੇਸ਼ਾ ਗਲਤ ਵਿਵਹਾਰ ਕੀਤਾ। ਮੇਰੀ ਪਤਨੀ ਮੈਨੂੰ ਕਹਿੰਦੀ ਸੀ ਕਿ ਤੁਸੀਂ ਘਰ ਦਾ ਕੋਈ ਕੰਮ ਨਹੀਂ ਕਰਦੇ ਅਤੇ ਮੇਰੀ ਪਤਨੀ ਹੀ ਸਾਰਾ ਦਿਨ ਕੰਮ ਕਰਦੀ ਹੈ। ਪਰ ਮੇਰੀ ਪਤਨੀ ਦੀ ਮੌਤ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਤੁਸੀਂ ਘਰ ਦੇ ਸਾਰੇ ਕੰਮ ਕਰਦੇ ਹੋ ਅਤੇ ਭਰਾ ਨੂੰ ਵੀ ਤੁਹਾਡੀ ਇੱਜ਼ਤ ਕਰਨੀ ਚਾਹੀਦੀ ਹੈ। ਭਰਾ ਤੁਹਾਨੂੰ ਇਸ ਘਰ ਵਿੱਚ ਆਪਣੀ ਪਤਨੀ ਦੇ ਰੂਪ ਵਿੱਚ ਲਿਆਇਆ ਹੈ, ਨਾ ਕਿ ਇੱਕ ਨੌਕਰਾਨੀ ਦੇ ਰੂਪ ਵਿੱਚ। ਭਰਾ ਤੁਹਾਨੂੰ ਆਪਣੇ ਘਰ ਦੀ ਨੌਕਰਾਨੀ ਸਮਝਦਾ ਹੈ ਅਤੇ ਤੁਹਾਡੇ ਤੋਂ ਘਰ ਦਾ ਸਾਰਾ ਕੰਮ ਕਰਵਾਉਂਦਾ। ਮੈਨੂੰ ਤੁਹਾਡੇ ਲਈ ਬਹੁਤ ਅਫਸੋਸ ਹੈ। ਮੈਂ ਤੁਹਾਡੇ ਬਾਰੇ ਚਿੰਤਤ ਰਹਿੰਦਾ ਹਾਂ ਕਿਉਂਕਿ ਤੁਹਾਡੀ ਸੁੰਦਰਤਾ ਘਰ ਦੇ ਕੰਮਾਂ ਵਿੱਚ ਦਬ ਗਈ ਹੈ। ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਤੇਰੇ ਵਰਗੀ ਸੋਹਣੀ ਕੁੜੀ ਸਾਡੇ ਘਰ ਦੀ ਬਹੂ ਬਣੀ ਹੈ, ਜਦੋਂ ਕਿ ਮੇਰੀ ਘਰਵਾਲੀ ਤੇਰੇ ਮੁਕਾਬਲੇ ਕੁਝ ਵੀ ਨਹੀਂ ਸੀ ਤੇ ਮੇਰੀ ਘਰਵਾਲੀ ਤੁਹਾਡੇ ਵਰਗਾ ਸਵਾਦਿਸ਼ਟ ਖਾਣਾ ਨਹੀਂ ਪਕਾਉਂਦੀ ਸੀ। ਤੁਸੀਂ ਬਹੁਤ ਚੰਗੀ ਭਾਬੀ ਹੋ। ਸ਼ਾਇਦ ਮੇਰੀ ਪਤਨੀ ਵੀ ਤੁਹਾਡੇ ਮੁਕਾਬਲੇ ਕੁਝ ਨਹੀਂ। ਮੈਂ ਹਮੇਸ਼ਾ ਤੇਰਾ ਬਹੁਤ ਖਿਆਲ ਰੱਖਾਂਗਾ। ਮੈਂ ਭਰਾ ਨੂੰ ਜ਼ਰੂਰ ਸਮਝਾਵਾਂਗਾ ਕਿ ਉਹ ਤੁਹਾਡੀ ਕਦਰ ਕਰੇ। ਮੈਂ ਜਾਣਦਾ ਹਾਂ ਕਿ ਭਰਾ ਦਾ ਵਿਵਹਾਰ ਤੁਹਾਡੇ ਨਾਲ ਚੰਗਾ ਨਹੀਂ ਤੇ ਉਹ ਹਮੇਸ਼ਾ ਤੁਹਾਡੇ ਨਾਲ ਝਗੜਾ ਕਰਦਾ ਰਹਿੰਦਾ ਹੈ। ਮੈਂ ਉਹਨਾਂ ਨੂੰ ਜ਼ਰੂਰ ਸਮਝਾਵਾਂਗਾ। ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਆਪਣੇ ਦਿਓਰ ਤੋਂ ਇੰਨੀ ਤਾਰੀਫ ਸੁਣ ਕੇ ਮੈਨੂੰ ਇੱਕ ਅਜੀਬ ਜਿਹੀ ਬੇਚੈਨੀ ਮਹਿਸੂਸ ਹੋ ਰਹੀ ਸੀ। ਮੇਰੀਆਂ ਅੱਖਾਂ ਵਿੱਚ ਹੰਝੂ ਸਨ ਕਿਉਂਕਿ ਮੇਰੇ ਪਤੀ ਨੇ ਅੱਜ ਤੱਕ ਕਦੇ ਵੀ ਖੁੱਲ੍ਹ ਕੇ ਮੇਰੀ ਤਾਰੀਫ ਨਹੀਂ ਕੀਤੀ ਸੀ ਅਤੇ ਅੱਜ ਮੇਰੇ ਦਿਓਰ ਨੇ ਮੇਰੀ ਇੰਨੀ ਤਾਰੀਫ ਕੀਤੀ ਕਿ ਪਹਿਲੀ ਵਾਰ ਮੈਨੂੰ ਲੱਗਾ ਕਿ ਮੈਂ ਸੱਚਮੁੱਚ ਬਹੁਤ ਵਧੀਆ ਹਾਂ। ਮੇਰੇ ਦਿਓਰ ਨੂੰ ਮੇਰੇ ਪਤੀ ਨਾਲੋਂ ਜ਼ਿਆਦਾ ਫਿਕਰ ਸੀ। ਮੈਂ ਸੋਚ ਰਹੀ ਸੀ ਕਿ ਕਾਸ਼ ਮੇਰਾ ਦਿਓਰ ਮੇਰਾ ਪਤੀ ਹੁੰਦਾ। ਇਹ ਸੱਚ ਸੀ ਕਿ ਮੇਰਾ ਪਤੀ ਮੇਰੇ ਨਾਲ ਖੜਾ ਚੰਗਾ ਨਹੀਂ ਲੱਗਦਾ ਕਿਉਂਕਿ ਮੈਂ ਸੁੰਦਰ ਅਤੇ ਜਵਾਨ ਸੀ। ਮੇਰੇ ਪਤੀ ਅਤੇ ਮੇਰੀ ਉਮਰ ਵਿੱਚ ਬਹੁਤ ਵੱਡਾ ਅੰਤਰ ਸੀ। ਮੇਰਾ ਦਿਓਰ ਮੇਰੇ ਨਾਲ ਖੜਾ ਚੰਗਾ ਲੱਗਦਾ ਸੀ, ਪਰ ਮੈਂ ਆਪਣੇ ਮਨ ਵਿੱਚ ਆਪਣੇ ਦਿਓਰ ਲਈ ਕੋਈ ਗਲਤ ਵਿਚਾਰ ਨਹੀਂ ਪੈਦਾ ਕੀਤਾ ਸੀ ਕਿਉਂਕਿ ਮੈਂ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦੀ ਸੀ। ਮੇਰੇ ਪਤੀ ਨੇ ਮੇਰੇ ਤੇ ਝੂਠੇ ਦੋਸ਼ ਲਾਏ ਸਨ। ਜੇ ਮੈਂ ਗਲਤ ਹੁੰਦੀ ਤਾਂ ਮੈਂ ਆਪਣੇ ਦਿਓਰ ਦੀ ਪ੍ਰਸ਼ੰਸਾ ਦਾ ਫਾਇਦਾ ਉਠਾ ਸਕਦੀ ਸੀ। ਮੇਰਾ ਦਿਓਰ ਵੀ ਗਲਤ ਨਹੀਂ ਸੀ। ਉਹ ਮੈਨੂੰ ਸਿਰਫ ਆਪਣੀ ਭਾਬੀ ਸਮਝਦਾ ਸੀ ਅਤੇ ਇਸੇ ਲਈ ਉਸਨੇ ਮੇਰਾ ਖਿਆਲ ਰੱਖਿਆ। ਮੈਂ ਆਪਣਾ ਦਿਓਰ ਦੇ ਸਾਹਮਣੇ ਬੈਠੀ ਰੋ ਰਹੀ ਸੀ। ਮੇਰੀ ਛੋਟੀ ਭੈਣ ਤੋਂ ਇਲਾਵਾ ਮੈਂ ਆਪਣੇ ਭਰਾ ਅਤੇ ਭਰਜਾਈ ਨੂੰ ਇਹ ਨਹੀਂ ਦੱਸਿਆ ਸੀ ਕਿ ਮੇਰੀ ਜ਼ਿੰਦਗੀ ਵਿੱਚ ਕਿੰਨੀਆਂ ਮੁਸ਼ਕਲਾਂ ਚੱਲ ਰਹੀਆਂ ਹਨ। ਮੇਰੇ ਭਰਾ ਨੇ ਵਿਆਹ ਤੋਂ ਪਹਿਲਾਂ ਹੀ ਮੈਨੂੰ ਕਹਿ ਦਿੱਤਾ ਸੀ ਕਿ ਮੈਂ ਤੇਰਾ ਵਿਆਹ ਕਰਵਾ ਰਿਹਾ ਹਾਂ ਸਹੁਰੇ ਘਰ ਵਿੱਚ। ਤੈਨੂੰ ਜਿੰਨੀਆਂ ਮਰਜ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇ, ਇੱਥੇ ਕਦੇ ਵਾਪਸ ਨਾ ਆਵੀਂ। ਆਪਣੇ ਘਰ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਨਾ। ਵੈਸੇ ਵੀ ਹਰ ਸਹੁਰੇ ਘਰ ਵਿੱਚ ਛੋਟੀਆਂ-ਛੋਟੀਆਂ ਸਮੱਸਿਆਵਾਂ ਹੁੰਦੀਆਂ ਰਹਿੰਦੀਆਂ ਹਨ। ਤੁਹਾਨੂੰ ਆਪਣੇ ਘਰ ਦੀ ਹਰ ਮੁਸੀਬਤ ਦਾ ਸਾਹਮਣਾ ਕਰਨਾ ਪਵੇਗਾ ਅਤੇ ਹਾਰ ਮੰਨ ਕੇ ਆਪਣੇ ਮਾਤਾ-ਪਿਤਾ ਦੇ ਘਰ ਵਾਪਸ ਨਹੀਂ ਆਉਣਾ। ਹਮੇਸ਼ਾ ਸੈਟਲ ਹੋਣ ਲਈ ਬਰਦਾਸ਼ਤ ਕਰਨ ਦੀ ਕੋਸ਼ਿਸ਼ ਕਰਦੇ ਰਹਿਣਾ। ਮੇਰੇ ਦਿਓਰ ਨੇ ਮੈਨੂੰ ਦਿਲਾਸਾ ਦਿੱਤਾ ਅਤੇ ਮੇਰੇ ਹੰਝੂ ਪੂੰਝਣ ਲੱਗਾ। ਉਸਨੇ ਕਿਹਾ, ਭਾਬੀ, ਤੁਹਾਨੂੰ ਰੋਣ ਦੀ ਕੋਈ ਲੋੜ ਨਹੀਂ ਹੈ। ਮੈਂ ਇੱਥੇ ਹੀ ਹਾਂ। ਤੁਹਾਨੂੰ ਪਤਾ ਹੈ ਕਿ ਭਰਾ ਮੇਰੀ ਕਿੰਨੀ ਸੁਣਦਾ ਹੈ। ਜੇ ਮੈਂ ਭਰਾ ਨੂੰ ਸਮਝਾਵਾਂਗਾ ਤਾਂ ਉਹ ਸਮਝ ਜਾਵੇਗਾ। ਭਰਾ ਨੂੰ ਸਮਝਾਉਣ ਦੇ ਨਾਲ-ਨਾਲ ਮੈਂ ਤੁਹਾਡਾ ਬਹੁਤ ਖਿਆਲ ਰੱਖਾਂਗਾ। ਤੁਹਾਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੈ। ਹੁਣ ਮੈਂ ਵੀ ਆਪਣੇ ਦਿਓਰ ਦਾ ਬਹੁਤਾ ਖਿਆਲ ਰੱਖਣ ਲੱਗ ਪਈ ਸੀ। ਉਹ ਲੰਬੇ ਸਮੇਂ ਤੋਂ ਕੰਮ ਤੇ ਨਹੀਂ ਜਾ ਰਿਹਾ ਸੀ ਅਤੇ ਜਦੋਂ ਵੀ ਜਾਂਦਾ ਸੀ ਉਹ 2 ਘੰਟੇ ਕੰਮ ਕਰਦਾ ਸੀ ਅਤੇ ਘਰ ਵਾਪਸ ਆ ਜਾਂਦਾ ਸੀ। ਮੈਂ ਉਸਦੇ ਲਈ ਉਸਦਾ ਮਨਪਸੰਦ ਖਾਣਾ ਪਕਾਉਂਦੀ ਸੀ ਅਤੇ ਵਾਪਸ ਆਉਂਦੇ ਸਮੇਂ ਉਹ ਮੇਰੇ ਲਈ ਚੌਮਿਨ, ਮੋਮੋਜ਼ ਜਾਂ 버ਗਰ ਲੈ ਕੇ ਆਉਂਦਾ। ਉਸ ਤੋਂ ਬਾਅਦ ਮੈਂ ਚਾਹ ਬਣਾ ਲੈਂਦੀ ਅਤੇ ਅਸੀਂ ਦੋਵੇਂ ਇਕੱਠੇ ਬੈਠ ਕੇ ਚਾਹ ਪੀਂਦੇ।
ਅਤੇ ਮਜ਼ਾਕ ਕਰਦੇ। ਇੱਕ ਦਿਨ ਜਦੋਂ ਮੇਰਾ ਪਤੀ ਘਰ ਆਇਆ ਤਾਂ ਉਸਨੇ ਕਿਹਾ ਕਿ ਤੁਸੀਂ ਆਪਣੇ ਦਿਓਰ ਦਾ ਬਹੁਤਾ ਜ਼ਿਆਦਾ ਖਿਆਲ ਰੱਖਣ ਲੱਗ ਪਏ ਹੋ, ਆਪਣੇ ਪਤੀ ਦਾ ਵੀ ਕੁਝ ਖਿਆਲ ਰੱਖੋ। ਮੈਂ ਕਿਹਾ, ਇਹ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ? ਮੈਂ ਸਦਾ ਤੁਹਾਡੇ ਭਰਾ ਦਾ ਖਿਆਲ ਰੱਖਦੀ ਹਾਂ, ਤੁਹਾਨੂੰ ਇਸ ਗੱਲੋਂ ਖੁਸ਼ ਹੋਣਾ ਚਾਹੀਦਾ ਹੈ। ਮੇਰੇ ਪਤੀ ਨੇ ਕਿਹਾ, ਠੀਕ ਹੈ, ਪਰ ਮੇਰਾ ਵੀ ਕੁਝ ਖਿਆਲ ਰੱਖਿਆ ਕਰੋ, ਤੁਸੀਂ ਮੇਰੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ। ਦਿਨ ਹੌਲੀ ਹੌਲੀ ਲੰਘ ਰਹੇ ਸਨ। ਮੈਂ ਬਹੁਤ ਪਰੇਸ਼ਾਨ ਸੀ। ਜੋ ਵਿਵਹਾਰ ਮੇਰੇ ਦਿਓਰ ਦਾ ਮੇਰੇ ਨਾਲ ਸੀ ਉਹ ਮੇਰੇ ਪਤੀ ਦਾ ਹੋਣਾ ਚਾਹੀਦਾ ਸੀ, ਪਰ ਮੇਰੇ ਪਤੀ ਮੇਰੇ ਨਾਲ ਬਿਲਕੁਲ ਵੀ ਚੰਗਾ ਵਿਵਹਾਰ ਨਹੀਂ ਕਰਦਾ ਸੀ। ਇੱਕ ਦਿਨ ਸਫਾਈ ਕਰਦੇ ਸਮੇਂ ਮੈਂ ਬੇਹੋਸ਼ ਹੋ ਗਈ। ਜਦੋਂ ਮੈਨੂੰ ਹੋਸ਼ ਆਈ ਤਾਂ ਡਾਕਟਰ ਮੇਰੇ ਕੋਲ ਬੈਠਾ ਸੀ ਅਤੇ ਮੈਨੂੰ ਚੈੱਕ ਕਰ ਰਿਹਾ ਸੀ। ਜਿਵੇਂ ਹੀ ਮੈਨੂੰ ਹੋਸ਼ ਆਈ ਅਤੇ ਮੇਰੀਆਂ ਅੱਖਾਂ ਖੁੱਲੀਆਂ ਤਾਂ ਡਾਕਟਰ ਨੇ ਮੈਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਹਿਣ ਲੱਗੇ, ਮੁਬਾਰਕਾਂ, ਤੁਸੀਂ ਮਾਂ ਬਣ ਜਾ ਰਹੇ ਹੋ। ਮੈਂ ਵੀ ਖੁਸ਼ ਹੋ ਗਈ ਕਿਉਂਕਿ ਇਹ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਸੀ। ਮੈਂ ਮਾਂ ਬਣਨ ਜਾ ਰਹੀ ਸੀ। ਮੇਰਾ ਪਤੀ ਅਜੇ ਘਰ ਨਹੀਂ ਸੀ, ਪਰ ਮੇਰਾ ਦਿਓਰ ਇਸ ਗੱਲ ਤੋਂ ਬਹੁਤ ਖੁਸ਼ ਸੀ ਅਤੇ ਬਹੁਤ ਖੁਸ਼ੀ ਮਨਾ ਰਿਹਾ ਸੀ। ਅਸਲ ਵਿੱਚ ਉਹ ਮਠਿਆਈਆਂ ਦਾ ਡੱਬਾ ਲੈ ਕੇ ਆਇਆ ਸੀ ਅਤੇ ਆਪਣੇ ਹੱਥਾਂ ਨਾਲ ਡਾਕਟਰ ਨੂੰ ਖਵਾਉਣ ਲੱਗਾ। ਮੈਂ ਵੀ ਸੋਚਣ ਲੱਗੀ ਕਿ ਜਦੋਂ ਮੇਰਾ ਪਤੀ ਘਰ ਆਵੇਗਾ ਮੈਂ ਉਸ ਨੂੰ ਇਹ ਖੁਸ਼ਖਬਰੀ ਸੁਣਾਵਾਂਗੀ, ਉਹ ਵੀ ਸੁਣ ਕੇ ਬਹੁਤ ਖੁਸ਼ ਹੋਵੇਗਾ। ਮੇਰੇ ਦਿਓਰ ਨੇ ਕਿਹਾ ਕਿ ਹੁਣ ਸਭ ਕੁਝ ਠੀਕ ਹੋ ਜਾਵੇਗਾ। ਭਾਬੀ, ਜੇ ਰੱਬ ਤੈਨੂੰ ਪੁੱਤਰ ਦੇ ਦੇਵੇ ਤਾਂ ਵੀਰ ਨੂੰ ਬਹੁਤ ਖੁਸ਼ੀ ਹੋਵੇਗੀ, ਕਿਉਂਕਿ ਵੀਰ ਨੂੰ ਮੁੰਡੇ ਬਹੁਤ ਪਸੰਦ ਹਨ। ਦਿਓਰ ਦੀ ਇਹ ਗੱਲ ਸੁਣ ਕੇ ਮੈਂ ਹਲਕਾ ਜਿਹਾ ਮੁਸਕਰਾਈ। ਖੈਰ, ਇਹ ਖਬਰ ਸੁਣ ਕੇ ਮੈਂ ਬਹੁਤ ਖੁਸ਼ ਹੋਈ। ਆਂਢ ਗੁਆਂਢ ਦੀਆਂ ਔਰਤਾਂ ਵੀ ਮੈਨੂੰ ਮਿਲਣ ਅਤੇ ਵਧਾਈਆਂ ਦੇਣ ਲਈ ਘਰ ਆ ਰਹੀਆਂ ਸਨ। ਸਾਡੇ ਘਰ ਖੁਸ਼ੀ ਦਾ ਮਾਹੌਲ ਸੀ। ਮੇਰੇ ਦਿਓਰ ਨੇ ਪੂਰੇ ਇਲਾਕੇ ਵਿੱਚ ਮਠਿਆਈਆਂ ਵੰਡੀਆਂ ਸਨ। ਸ਼ਾਮ ਨੂੰ ਜਦੋਂ ਮੇਰਾ ਪਤੀ ਘਰ ਆਇਆ ਤਾਂ ਇਲਾਕੇ ਦੇ ਲੋਕਾਂ ਨੇ ਵਧਾਈ ਦਿੱਤੀ। ਜਦੋਂ ਮੇਰਾ ਪਤੀ ਘਰ ਆਇਆ ਤਾਂ ਉਸਨੇ ਪੁੱਛਿਆ ਕਿ ਮਠਿਆਈਆਂ ਕਿਉਂ ਵੰਡੀਆਂ ਜਾ ਰਹੀਆਂ ਹਨ ਅਤੇ ਖੁਸ਼ੀ ਕਿਸ ਗੱਲ ਦੀ ਮਨਾਈ ਜਾ ਰਹੀ। ਮੈਂ ਆਪਣੇ ਪਤੀ ਨੂੰ ਕਿਹਾ ਕਿ ਤੁਹਾਡੇ ਲਈ ਬਹੁਤ ਚੰਗੀ ਖਬਰ ਹੈ। ਮੇਰੇ ਪਤੀ ਨੇ ਕਿਹਾ, ਠੀਕ ਹੈ, ਸਾਡੇ ਘਰ ਕੋਈ ਚੰਗੀ ਖਬਰ ਵੀ ਆ ਸਕਦੀ ਹੈ, ਉਹ ਵੀ ਤੇਰੇ ਹੁੰਦੇ। ਮੇਰੇ ਦਿਓਰ ਨੇ ਆਪਣੇ ਭਰਾ ਨੂੰ ਜੱਫੀ ਪਾ ਕੇ ਕਿਹਾ, ਭਰਾ ਜੀ, ਤੁਹਾਨੂੰ ਬਹੁਤ ਬਹੁਤ ਵਧਾਈਆਂ, ਤੁਸੀਂ ਪਿਤਾ ਬਣ ਜਾ ਰਹੇ ਹੋ। ਹੁਣ ਤਾਂ ਸਾਡੇ ਘਰ ਖੁਸ਼ੀਆਂ ਹੀ ਆਉਣੀਆਂ ਹਨ। ਮੈਂ ਸੋਚਿਆ ਕਿ ਇਹ ਸੁਣ ਕੇ ਮੇਰਾ ਪਤੀ ਖੁਸ਼ ਹੋਵੇਗਾ, ਪਰ ਇਹ ਸੁਣ ਕੇ ਮੇਰਾ ਪਤੀ ਚੁੱਪ ਹੋ ਗਿਆ ਅਤੇ ਚੁੱਪਚਾਪ ਕਮਰੇ ਦੇ ਅੰਦਰ ਚਲਾ ਗਿਆ। ਮੈਂ ਇਹ ਸਭ ਦੇਖ ਕੇ ਹੈਰਾਨ ਰਹਿ ਗਈ ਅਤੇ ਆਪਣੇ ਪਤੀ ਦਾ ਪਿੱਛਾ ਕੀਤਾ। ਮੈਂ ਕਮਰੇ ਦੇ ਅੰਦਰ ਗਈ ਅਤੇ ਆਪਣੇ ਪਤੀ ਨੂੰ ਪੁੱਛਿਆ ਕਿ ਤੁਸੀਂ ਖੁਸ਼ ਨਹੀਂ ਹੋ। ਉਸਨੇ ਕਿਹਾ, ਤੁਸੀਂ ਲੋਕ ਮਜ਼ਾਕ ਕਰ ਰਹੇ ਹੋ। ਮੈਂ ਕਿਹਾ, ਇਹ ਕੋਈ ਮਜ਼ਾਕ ਨਹੀਂ ਹੈ, ਇਹ ਸੱਚ ਹੈ। ਮੇਰੇ ਪਤੀ ਨੇ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ, ਅਜਿਹੀ ਕੋਈ ਗੱਲ ਨਹੀਂ ਹੈ। ਮੈਂ ਕਿਹਾ, ਜੇਕਰ ਤੁਹਾਨੂੰ ਯਕੀਨ ਨਹੀਂ ਆਉਂਦਾ ਤਾਂ ਤੁਸੀਂ ਡਾਕਟਰ ਨੂੰ ਪੁੱਛ ਸਕਦੇ ਹੋ। ਡਾਕਟਰ ਨੇ ਖੁਦ ਮੇਰਾ ਚੈੱਕਅਪ ਕਰਕੇ ਮੈਨੂੰ ਇਹ ਖਬਰ ਸੁਣਾਈ ਹੈ। ਕੀ ਤੁਹਾਨੂੰ ਕੋਈ ਸ਼ੱਕ ਹੈ? ਮੇਰੇ ਪਤੀ ਨੇ ਕਿਹਾ ਕਿ ਤੁਸੀਂ ਝੂਠ ਬੋਲ ਰਹੇ ਹੋ। ਉਹ ਇਸ ਗੱਲ ਤੋਂ ਇਨਕਾਰ ਕਰ ਰਿਹਾ ਸੀ। ਮੇਰੇ ਪਤੀ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਮੈਂ ਉਸ ਦੇ ਬੱਚੇ ਦੀ ਮਾਂ ਬਣਨ ਜਾ ਰਹੀ ਹਾਂ। ਮੇਰੇ ਪਤੀ ਦਾ ਮੂਡ ਬਹੁਤ ਖਰਾਬ ਹੋ ਗਿਆ ਸੀ। ਉਹ ਇੰਨਾ ਬੇਪਰਵਾਹ ਕਿਵੇਂ ਹੋ ਸਕਦਾ ਹੈ? ਉਸ ਦਿਨ ਮੇਰੇ ਪਤੀ ਦਾ ਮੂਡ ਦੇਖ ਕੇ ਮੇਰੀ ਖੁਸ਼ੀ ਉਦਾਸੀ ਵਿੱਚ ਬਦਲ ਗਈ ਸੀ। ਮੇਰਾ ਦਿਓਰ ਮੇਰੇ ਲਈ ਬਾਜ਼ਾਰ ਤੋਂ 버ਗਰ ਲੈ ਕੇ ਆਇਆ। ਫਿਰ ਮੈਂ ਉਹ 버ਗਰ ਨਹੀਂ ਖਾਧਾ ਅਤੇ ਗੁੱਸੇ ਵਿੱਚ ਸੌਂ ਗਈ। ਮੇਰੇ ਪਤੀ ਘਰ ਤੋਂ ਬਾਹਰ ਆਪਣੇ ਦੋਸਤਾਂ ਨਾਲ ਗਿਆ ਸੀ। ਅੱਜ ਮੈਂ ਆਪਣੇ ਦਿਓਰ ਵੱਲੋਂ ਦਿੱਤਾ 버ਗਰ ਨਹੀਂ ਖਾਧਾ ਅਤੇ ਲਿਜਾ ਕੇ ਫਰਿੱਜ ਵਿੱਚ ਰੱਖ ਦਿੱਤਾ। ਇਸ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਆ ਕੇ ਸੌਂ ਗਈ। ਪਰ ਅੱਜ ਮੇਰੇ ਨਾਲ ਜੋ ਹੋਇਆ, ਮੈਂ ਬਹੁਤ ਹੈਰਾਨ ਸੀ, ਕਿਉਂਕਿ ਨੀਂਦ ਵਿੱਚ ਮੈਨੂੰ ਲੱਗਾ ਜਿਵੇਂ ਕੋਈ ਮੈਨੂੰ ਆਪਣੀ ਗੋਦ ਵਿੱਚ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਮੈਨੂੰ ਅਹਿਸਾਸ ਹੋਇਆ ਕਿ ਉਹ ਮੇਰਾ ਦਿਓਰ ਹੈ ਅਤੇ ਉਹ ਮੈਨੂੰ ਚੁੱਕ ਕੇ ਆਪਣੇ ਕਮਰੇ ਵਿੱਚ ਲੈ ਗਿਆ। ਕੁਝ ਦੇਰ ਬਾਅਦ ਮੇਰਾ ਪਤੀ ਵੀ ਕਮਰੇ ਵਿੱਚ ਆ ਕੇ ਬੈਠ ਗਿਆ। ਉਸਨੇ ਦੇਖਿਆ ਕਿ ਮੈਂ ਆਪਣੇ ਕਮਰੇ ਵਿੱਚ ਨਹੀਂ ਸਗੋਂ ਆਪਣੇ ਦਿਓਰ ਦੇ ਕਮਰੇ ਵਿੱਚ ਮੌਜੂਦ ਸੀ। ਮੈਂ ਜਾਗ ਰਹੀ ਸੀ ਪਰ ਸੁੱਤੇ ਹੋਣ ਦੀ ਉਡੀਕ ਕਰ ਰਹੀ ਸੀ ਤਾਂ ਜੋ ਮੇਰੇ ਦਿਓਰ ਨੂੰ ਸ਼ੱਕ ਨਾ ਹੋਵੇ ਕਿ ਮੈਂ ਜਾਗ ਰਹੀ ਹਾਂ। ਮੇਰੇ ਦਿਓਰ ਨੇ ਸੋਚਿਆ ਕਿ ਮੈਂ ਸੌਂ ਰਹੀ ਹਾਂ। ਜਿਵੇਂ ਹੀ ਉਹ ਮੈਨੂੰ ਆਪਣੇ ਕਮਰੇ 'ਚ ਲੈ ਗਿਆ ਅਤੇ ਮੈਨੂੰ ਬੈੱਡ ਤੇ ਲਟਾਇਆ, ਫਿਰ ਉਸ ਨੇ ਮੇਰੇ ਨਾਲ ਜੋ ਕੁਝ ਕਰਨਾ ਸ਼ੁਰੂ ਕੀਤਾ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਰੌਲਾ ਪਾਇਆ ਅਤੇ ਜ਼ੋਰ-ਜ਼ੋਰ ਨਾਲ ਚੀਕਣ ਲੱਗੀ। ਮੇਰੀ ਚੀਕ ਸੁਣ ਕੇ ਮੇਰਾ ਪਤੀ ਮੇਰੇ ਦਿਓਰ ਦੇ ਕਮਰੇ ਵਿੱਚ ਭੱਜਿਆ ਆਇਆ। ਮੈਨੂੰ ਰੌਲਾ ਪਾਉਂਦੇ ਦੇਖ ਕੇ ਮੇਰਾ ਦਿਓਰ ਵੀ ਡਰ ਗਿਆ ਅਤੇ ਫਿਰ ਜੋ ਸੱਚ ਸਭ ਦੇ ਸਾਹਮਣੇ ਆਇਆ ਉਹ ਮੇਰੇ ਲਈ ਬਿਲਕੁਲ ਵੀ ਬਰਦਾਸ਼ਤ ਕਰਨ ਯੋਗ ਨਹੀਂ ਸੀ। ਮੈਂ ਆਪਣੇ ਪਤੀ ਨੂੰ ਕਿਹਾ ਕਿ ਤੁਹਾਡੇ ਭਰਾ ਨੇ ਮੈਨੂੰ ਆਪਣੀ ਗੋਦ ਵਿੱਚ ਚੱਕ ਕੇ ਆਪਣੇ ਕਮਰੇ ਵਿੱਚ ਲਿਆਂਦਾ ਹੈ ਅਤੇ ਇਹ ਮੇਰੇ ਨਾਲ ਗਲਤ ਕਰ ਰਿਹਾ ਸੀ। ਮੇਰਾ ਪਤੀ ਹੈਰਾਨੀ ਨਾਲ ਆਪਣੇ ਭਰਾ ਵੱਲ ਦੇਖਣ ਲੱਗਾ। ਮੈਂ ਕਿਹਾ, ਮੈਂ ਸਮਝ ਗਈ ਹਾਂ ਕਿ ਤੁਸੀਂ ਮੇਰੇ ਲਈ ਚੌਮਿਨ, 버ਗਰ, ਮੋਮੋਜ਼ ਕਿਉਂ ਲਿਆਉਂਦੇ ਸੀ। ਉਸ ਵੱਲੋਂ ਲਿਆਂਦੀ ਕਈ ਚੀਜ਼ ਵਿੱਚ ਨੀਂਦ ਦੀ ਦਵਾਈ ਹੁੰਦੀ ਸੀ, ਜਿਸ ਨੂੰ ਖਾਣ ਤੋਂ ਬਾਅਦ ਮੈਂ ਸੌਂ ਜਾਂਦੀ ਸੀ। ਮੇਰੇ ਪਤੀ ਇਸ ਗੱਲ ਤੇ ਵਿਸ਼ਵਾਸ
ਵਿਸ਼ਵਾਸ ਨਹੀਂ ਕਰ ਰਹੇ ਸਨ। ਮੈਂ ਉਹ 버ਗਰ ਆਪਣੇ ਪਤੀ ਨੂੰ ਫ੍ਰਿਜ ਚੋਂ ਲਿਆ ਕੇ ਦਿਖਾਇਆ ਅਤੇ ਉਸ ਨੂੰ ਦਿਖਾਇਆ ਕਿ ਅੱਜ ਮੈਂ ਉਸ ਵੱਲੋਂ ਲਿਆਂਦਾ 버ਗਰ ਨਹੀਂ ਖਾਧਾ। ਇਸ ਲਈ ਅੱਜ ਮੈਨੂੰ ਹੋਸ਼ ਰਹੀ। ਜਦੋਂ ਮੇਰੇ ਪਤੀ ਨੇ ਮੇਰੇ ਦਿਓਰ ਨੂੰ ਥੱਪੜ ਮਾਰਿਆ ਤਾਂ ਉਸਨੇ ਸਾਰਾ ਸੱਚ ਉਜਾਗਰ ਕਰ ਦਿੱਤਾ। ਉਹ ਡਰ ਗਿਆ। ਉਸਨੇ ਸਾਰੀ ਸੱਚਾਈ ਦੱਸੀ ਕਿ ਮੈਂ ਆਪਣੀ ਭਰਜਾਈ ਲਈ ਬਾਜ਼ਾਰ ਤੋਂ ਸਮਾਨ ਖਰੀਦ ਕੇ ਲਿਆਉਂਦਾ ਸੀ, ਜਿਸ ਨੂੰ ਉਹ ਆਪਣੇ ਕਮਰੇ ਵਿੱਚ ਖਾ ਕੇ ਸੌਂ ਜਾਂਦੀ ਸੀ, ਅਤੇ ਜਦੋਂ ਤੁਸੀਂ ਘਰੋਂ ਬਾਹਰ ਆਪਣੇ ਦੋਸਤਾਂ ਨੂੰ ਮਿਲਣ ਜਾਂਦੇ ਸੀ, ਮੈਂ ਆਪਣੀ ਭਰਜਾਈ ਨੂੰ ਚੁੱਕ ਕੇ ਆਪਣੇ ਕਮਰੇ ਵਿੱਚ ਲੈ ਆਉਂਦਾ ਸੀ। ਮੈਂ ਘਰ ਆਉਣ ਤੋਂ ਪਹਿਲਾਂ ਬਾਜ਼ਾਰ ਤੋਂ ਖਰੀਦੀਆਂ ਚੀਜ਼ਾਂ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੰਦਾ ਸੀ, ਜਿਸ ਕਾਰਨ ਮੇਰੀ ਭਰਜਾਈ ਗੂੜੀ ਨੀਂਦ ਵਿੱਚ ਸੌਂ ਜਾਂਦੀ ਸੀ, ਅਤੇ ਉਸ ਤੋਂ ਬਾਅਦ ਮੈਂ ਉਸ ਨਾਲ ਗਲਤ ਕੰਮ ਕਰਦਾ ਸੀ। ਇਹ ਬੱਚਾ ਵੀ ਮੇਰਾ ਹੈ। ਮੇਰੇ ਦਿਓਰ ਨੇ ਇਹ ਵੀ ਦੱਸਿਆ ਕਿ ਉਹ ਮੇਰੇ ਪਤੀ ਨੂੰ ਵੀ ਮੇਰੇ ਖਿਲਾਫ ਭੜਕਾਉਂਦਾ ਸੀ। ਇਸੇ ਕਰਕੇ ਮੇਰਾ ਪਤੀ ਹਮੇਸ਼ਾ ਮੇਰੇ ਨਾਲ ਨਾਰਾਜ਼ ਰਹਿੰਦਾ ਸੀ ਅਤੇ ਮੇਰੀ ਪਰਵਾਹ ਅਤੇ ਸਤਿਕਾਰ ਨਹੀਂ ਕਰਦਾ ਸੀ। ਇਹ ਸਭ ਸੁਣ ਕੇ ਮੇਰੇ ਪਤੀ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੇਰਾ ਪਤੀ ਵੀ ਹੈਰਾਨ ਸੀ ਕਿ ਉਸ ਦਾ ਭਰਾ ਉਸ ਦੀ ਪਤਨੀ ਨਾਲ ਕੀ ਕਰ ਰਿਹਾ ਸੀ। ਮੇਰੇ ਦਿਓਰ ਨੇ ਦੱਸਿਆ ਕਿ ਉਹ ਇਹ ਸਭ ਇਸ ਲਈ ਕਰ ਰਿਹਾ ਸੀ ਕਿਉਂਕਿ ਉਸ ਦੀ ਪਤਨੀ ਦੀ ਮੌਤ ਤੋਂ ਬਾਅਦ ਭਾਬੀ ਮੈਨੂੰ ਹੋਰ ਵੀ ਸੋਹਣੀ ਲੱਗਣ ਲੱਗ ਪਈ ਸੀ। ਇਸ ਲਈ ਉਹ ਆਪਣੀ ਵਾਸ਼ਨਾ ਪੂਰੀ ਕਰਨ ਲਈ ਮੇਰੇ ਨਾਲ ਅਜਿਹਾ ਕਰਦਾ ਸੀ। ਮੇਰੇ ਪਤੀ ਨੇ ਮੇਰੇ ਦਿਓਰ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਘਰੋਂ ਬਾਹਰ ਕੱਢ ਦਿੱਤਾ। ਮੇਰੇ ਪਤੀ ਨੇ ਆਪਣੇ ਭਰਾ ਨੂੰ ਬਹੁਤ ਕੁੱਟਿਆ ਕਿਉਂਕਿ ਉਸ ਦਾ ਭਰਾ ਉਸ ਦਾ ਭਰੋਸਾ ਤੋੜ ਰਿਹਾ ਅਤੇ ਜਿਸ ਕਾਰਨ ਉਹ ਆਪਣੀ ਪਤਨੀ ਤੇ ਸ਼ੱਕ ਕਰਦਾ ਸੀ। ਰੱਬ ਦਾ ਸ਼ੁਕਰ ਹੈ ਕਿ ਮੇਰੇ ਪਤੀ ਨੇ ਮੈਨੂੰ ਇਸ ਵਾਰ ਸਮਝਾਇਆ। ਮੇਰੇ ਪਤੀ ਨੇ ਹੱਥ ਜੋੜ ਕੇ ਮੇਰੇ ਤੋਂ ਮਾਫੀ ਮੰਗੀ। ਮੇਰਾ ਪਤੀ ਮੇਰੇ ਦਿਓਰ ਨੂੰ ਪੁਲਿਸ ਹਵਾਲੇ ਕਰਨਾ ਚਾਹੁੰਦਾ ਸੀ, ਪਰ ਮੈਂ ਅਜਿਹਾ ਨਹੀਂ ਹੋਣ ਦਿੱਤਾ ਕਿਉਂਕਿ ਜੇ ਉਹ ਜੇਲ੍ਹ ਜਾਂਦਾ ਤਾਂ ਉਸ ਦੀ ਸਾਰੀ ਜ਼ਿੰਦਗੀ ਬਰਬਾਦ ਹੋ ਜਾਣੀ ਸੀ। ਮੇਰੇ ਪਤੀ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ। ਉਸ ਲਈ ਇਹ ਹੀ ਕਾਫੀ ਸੀ ਕਿਉਂਕਿ ਉਸ ਕੋਲ ਇਸ ਘਰ ਤੋਂ ਇਲਾਵਾ ਹੋਰ ਕੋਈ ਸਹਾਰਾ ਨਹੀਂ ਸੀ। ਮੇਰਾ ਦਿਓਰ ਉਸ ਦਿਨ ਤੋਂ ਬਾਅਦ ਕਦੇ ਘਰ ਨਹੀਂ ਆਇਆ, ਪਰ ਮੇਰੇ ਪਤੀ ਦਾ ਮੇਰੇ ਪ੍ਰਤੀ ਵਿਵਹਾਰ ਬਹੁਤ ਵਧੀਆ ਹੋ ਗਿਆ ਸੀ। ਮੇਰੇ ਦਿਓਰ ਨੇ ਮੇਰੇ ਨਾਲ ਬਹੁਤ ਮਾੜਾ ਕੰਮ ਕੀਤਾ ਸੀ। ਰੱਬ ਦੀ ਮਿਹਰ ਨਾਲ ਇੱਕ ਕੰਮ ਚੰਗਾ ਹੋਇਆ। ਮੇਰੇ ਦਿਓਰ ਦੇ ਜਾਣ ਤੋਂ ਬਾਅਦ ਇੱਕ ਹਫ਼ਤਾ ਬਾਅਦ ਮੈਂ ਪੋਚਾ ਲਗਾ ਰਹੀ ਸੀ ਜਦੋਂ ਅਚਾਨਕ ਮੇਰਾ ਪੈਰ ਫਿਸਲ ਗਿਆ ਅਤੇ ਮੇਰਾ ਗਰਭਪਾਤ ਹੋ ਗਿਆ। ਸੱਚਾਈ ਜਾਣ ਕੇ ਵੀ ਮੇਰਾ ਪਤੀ ਇਸ ਬੱਚੇ ਤੋਂ ਖੁਸ਼ ਨਹੀਂ ਸੀ ਕਿਉਂਕਿ ਇਹ ਬੱਚਾ ਮੇਰੇ ਪਤੀ ਦਾ ਨਹੀਂ ਸਗੋਂ ਉਸ ਦੇ ਭਰਾ ਦਾ ਸੀ। ਜਦੋਂ ਮੇਰੇ ਪਤੀ ਨੂੰ ਮੇਰੇ ਗਰਭਪਾਤ ਬਾਰੇ ਪਤਾ ਲੱਗਾ ਤਾਂ ਉਹ ਖੁਸ਼ ਹੋ ਗਿਆ। ਸ਼ਾਇਦ ਜੇ ਉਹ ਬੱਚਾ ਦੁਨੀਆ ਵਿੱਚ ਆ ਜਾਂਦਾ ਤਾਂ ਮੇਰਾ ਪਤੀ ਉਸ ਨੂੰ ਦਿਲੋਂ ਸਵੀਕਾਰ ਨਹੀਂ ਕਰ ਸਕਦਾ ਸੀ। ਰੱਬ ਨੇ ਮੇਰੀ ਜ਼ਿੰਦਗੀ ਸੌਖੀ ਬਣਾ ਦਿੱਤੀ ਸੀ। ਮੇਰਾ ਪਤੀ ਹੁਣ ਮੈਨੂੰ ਬਹੁਤ ਪਿਆਰ ਕਰਦਾ ਸੀ। ਲਗਭਗ 4 ਸਾਲ ਬੀਤ ਗਏ ਸਨ ਅਤੇ ਮੈਂ ਆਪਣੇ ਪਤੀ ਨਾਲ ਬਹੁਤ ਖੁਸ਼ ਹਾਂ ਅਤੇ ਸਭ ਤੋਂ ਵੱਡੀ ਖੁਸ਼ੀ ਇਹ ਹੈ ਕਿ ਮੈਂ ਦੁਬਾਰਾ ਗਰਭਵਤੀ ਹਾਂ ਅਤੇ ਇਸ ਵਾਰ ਬੱਚਾ ਮੇਰੇ ਪਤੀ ਦਾ ਹੈ। ਮੇਰਾ ਪਤੀ ਹੁਣ ਮੇਰਾ ਬਹੁਤ ਧਿਆਨ ਰੱਖਦਾ ਹੈ ਅਤੇ ਮੇਰੀ ਬਹੁਤ ਚਿੰਤਾ ਕਰਦਾ ਹੈ। ਦੇਰ ਨਾਲ ਹੀ ਸਹੀ, ਪਰ ਰੱਬ ਨੇ ਮੇਰੀ ਜ਼ਿੰਦਗੀ ਬਹੁਤ ਆਸਾਨ ਅਤੇ ਖੁਸ਼ਹਾਲ ਬਣਾ ਦਿੱਤੀ ਹੈ। ਕਹਿੰਦੇ ਹਨ ਕਿ ਰੱਬ ਦੇ ਘਰ ਦੇਰ ਹੈ ਪਰ ਹਨੇਰ ਨਹੀਂ। ਮੇਰੇ ਨਾਲ ਵੀ ਅਜਿਹਾ ਹੀ ਹੋਇਆ। ਭਾਵੇਂ ਦੇਰ ਨਾਲ ਹੀ ਸਹੀ, ਪਰ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਮੇਰੇ ਕੋਲ ਹਨ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਬੈਲ ਨੂੰ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਅਗਲੀ ਅਪਡੇਟ ਪਹਿਲਾਂ ਮਿਲ ਸਕੇ। ਧੰਨਵਾਦ।